ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਠਾकुर मेरा भारत करण करावण सगल बिद सो सतगुरु हमारा। परम सम्मान योग गुरु रूप गुरु खालसा साध संगत जीओ, आप सब वडभागे हो। चौजी प्रीतम सतगुरु परोपकारी पंथ दे वाली सतगुरु महाबली योधे हेमकुंट के तपस्वी सतगुरु गरीब निवाज कलजो के जहाज सतगुरु शाहे शहनशाहा चौजी प्रीतम बाला प्रीतम सतगुरु अमृत के दाते सतगुरु गरीब निवाज महाराज सतगुरां दी सतयुग दी तपो भूम गुरु के तखत सथल गरीब निवाज महाराज जी दे लंगर स्थान गुरुद्वारा श्री लंगर साहिब हजूर साहब जी दी पवित्र धरती श्रीमान ब्रह्म ज्ञानी धन बाबा निधान सिंह साहब जी दे डेरे अस्थान ते उन्हां दी सालाना एक पलक सुख साध समागम कोट बैकुंठ है पाए। इस परम सुख नूं मानण दे वास्ते आप जी इकत्तर होए और इकत्तर हो रहे हो। अमृत वेले तो गुरु बाणी गुरु जस गुरबाणी विचार गुरबाणी कीर्तन आप जी सरवण करके लाहा प्राप्त कर रहे हो। कलयुग के भयानक समय श्री सतगुरु गुरु नानक देव जी महाराज जी ने अवतार धारिया। गुरु अंगद साहब सच्चे पातशाह महाराज जी ने भाणा मनन आग्या दे पालन दी हद कीती। धन गुरु अमरदास सच्चे पातशाह महाराज जी ने सेवा दे अखीर नूं साडे ताईं प्रगट कीता। श्री गुरु रामदास सच्चे पातशाह गरीब निवाज महाराज नम्रता दरसाई। धन सतगुरु गुरु अर्जन देव जी महाराज जी ने भाणा मन्निया। सतगुरु श्री गुरु गुरु हरगोबिंद साहब सच्चे पातशाह महान ने मीरी अते पीरी दियां दो तलवारी बधियां। गुरु महाराज गुरु हरराय साहब सच्चे पातशाह सतगुरां ने अजार नूं जरिया। बाला प्रीतम सतगुरां ने बेअंत चोज कीते। धन सतगुरु गुरु तेग बहादुर साहब सच्चे पातशाह महाराज जी ने तिलक जंजू राखा प्रभ तां का। तिन्हां दे धर्म वास्ते तिलक जनेऊ दे वास्ते साधन हेत इति जन करी इत कर दिती एंड कर दिता सिरा कर दिता। महाराज जी ने अखीर गुर दसवें पातशाह महाराज जी ने बेअंत चोज कौतक करके इस जगह ते अपना शरीर अलोप किया। कदे पुराने वक्त अपने जहन विच लियाइए तो इस तरह लगता सीगा कि हजूर साहब आउण दा मतलब शायद किसी बहुत लंबी चौड़ी तीर्थ यात्रा ते जाना है, जिथों शायद ही कोई वापस आवे। जंगल उजाड़ा बाना छंबा पहाड़ां कंदरां गुफावां दे विचों दी निकल के कोई विरला टावां शरीर हजूर साहब जी की धरती ते आया करदा सी। कोई विरला टावां शरीर जदों भी गंगा उतरदी है
ਸਾਧ ਸੰਗਤ ਜੀ ਕਿਸੇ ਮਹਾਦੇਵ ਦੀਆਂ ਜੜਾਵਾਂ ਦੇ ਰਾਹੀਂ ਉਤਰਦੀ ਹੈ। ਸਿੱਧੀ ਉਤਰੇ ਤਾਂ ਧਰਤੀ ਪਾਟਣ ਦਾ ਡਰ ਹੈ। ਗੰਗਾ ਦੇ ਬਾਰੇ ਲਿਖਿਆ ਹੋਇਆ, ਜਾਹਰ ਨਵੀ ਤਪੈ ਭਗੀਰਥਿਆਣੀ, ਕੇਦਾਰ ਥਾਪਿਓ ਮਹਿਸਾਈ। ਉਹਨੂੰ ਜਾਹਰ ਨਵੀ ਕਹਿੰਦੇ ਹਨ ਗੁਰਬਾਣੀ ਵਿੱਚ ਵੀ। ਇਵੇਂ ਜਦੋਂ ਪਰਮਾਤਮਾ ਦੀ ਵਡਿਆਈ ਸਿੱਧੀ ਪ੍ਰਗਟ ਹੁੰਦੀ ਹੈ, ਸਾਧ ਸੰਗਤ ਜੀ ਉਹਨੂੰ ਕੋਈ ਨਹੀਂ ਸਮਝਦਾ ਹੈ। ਕੋਈ ਮਹਾਦੇਵ, ਕੋਈ ਰੱਬ ਦਾ ਪਿਆਰਾ ਆਪਣੀਆਂ ਜੜਾਵਾਂ ਦੇ ਰਾਹੀਂ ਗੰਗਾ ਨੂੰ ਪ੍ਰਗਟ ਕਰਦਾ ਹੈ। ਸਾਧ ਸੰਗਤ ਜੀ, ਇਹ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਸਤਿਯੁਗ ਦੇ ਤਪੋ ਸਥਲ ਨੂੰ ਪ੍ਰਗਟ ਕੀਤਾ ਸ੍ਰੀ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ। ਇੱਥੇ ਆਣ ਕੇ ਮੋਰਚੇ ਲਾਏ, ਜਿਨ੍ਹਾਂ ਦਾ ਪਹਿਰਾ ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪ ਨਿਭਾਇਆ ਫੌਜ ਵਿੱਚ। ਤੇ ਸਾਰੇ ਪਹਿਰੇ ਛੱਡ ਕੇ ਕਿਹਾ ਕਿ ਅਸੀਂ ਉਹਨਾਂ ਦੇ ਪਹਿਰੇ ਨਿਭਾਵਾਂਗੇ ਜਿਨ੍ਹਾਂ ਨੇ ਸਾਡੇ ਥਾਂ ਤੇ ਪਹਿਰੇਦਾਰੀ ਕੀਤੀ ਹੈ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ, ਗੁਰਦਸਵੇਂ ਪਾਤਸ਼ਾਹ ਮਹਾਰਾਜ ਐਸੇ ਪਰਉਪਕਾਰੀ ਸਤਿਗੁਰੂ ਹੋਏ ਜਿਨ੍ਹਾਂ ਦੇ ਅਸਥਾਨ ਗੁਰਤਾ ਗੱਦੀ ਸਮਾਵਨ ਤੋਂ ਪਹਿਲਾਂ ਦੇ ਤਾਂ ਹਨ। ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾਵਨ ਤੋਂ ਬਾਅਦ ਦੇ ਵੀ ਅਸਥਾਨ ਤੇ ਗੁਰੂ ਕੇ ਨਿਸ਼ਾਨ ਹਨ। ਜਿਵੇਂ ਗੁਰਦੁਆਰਾ ਗੁਪਤਸਰ ਸਾਹਿਬ ਮਨਵਾੜ ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾਵਨ ਤੋਂ ਉਪਰੰਤ ਦੇ ਅਸਥਾਨ ਹਨ। ਮਹਾਰਾਜ ਜੀ ਦੀ ਅੰਮ੍ਰਿਤ ਦੀ ਕਥਾ ਪੜ੍ਹੇ ਤੇ ਪਤਾ ਚੱਲਦਾ, ਸ਼੍ਰੀਮਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਯ ਗ੍ਰੰਥ ਵਿੱਚ ਲਿਖਿਆ, ਖਾਲਸੇ ਨੇ ਕਿਹਾ ਮਹਾਰਾਜ ਤੁਸਾਂ ਨੇ ਸਾਨੂੰ ਅੰਮ੍ਰਿਤ ਕੀ ਦਾਤ ਦਿੱਤੀ, ਰਹਿਤਾਂ ਕਰਹਿਤਾਂ ਦਸੀਆਂ ਨੇ, ਤੁਹਾਡੀ ਕੀ ਰਹਿਣੀ ਹੈ, ਤੁਸੀਂ ਵੀ ਅੰਮ੍ਰਿਤ ਕੀ ਦਾਤ ਲਈ ਹੈ। ਮਹਾਰਾਜ ਖਿੜ ਗਏ, ਚਾਉ ਚੜ ਗਿਆ ਗਰੀਬ ਨਿਵਾਜ ਮਹਾਰਾਜ ਜੀ ਨੂੰ। ਤੇ ਚਾਉ ਵਿੱਚ ਆਣ ਕੇ, ਰਹੱਸ ਵਿੱਚ ਆਣ ਕੇ ਕਹਿਣ ਲੱਗੇ, ਖਾਲਸਾ ਜੀ ਦੱਸੋ ਮੇਰੀ ਕੀ ਰਹਿਣੀ ਹੈ, ਮੈਂ ਉਹਨੂੰ ਸਿਰ ਤੋੜ ਨਿਭਾਵਾਂਗਾ। ਉਸ ਵੇਲੇ ਖਾਲਸੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜਿੱਥੇ ਵੀ ਕੋਈ ਸਿੱਧਕੀ ਸਿੱਖ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਗੱਲ ਕਹੇ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਈ ਸਹਾਏ, ਉਹਦੀ ਆਪ ਜੀ ਨੇ ਸਹਾਇਤਾ ਕਰਨੀ ਹੈ। ਇਸੇ ਕਰਕੇ ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਅੰਸ਼ ਵੀ ਨਹੀਂ ਦਿੱਤੇ ਹਨ। ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦੇ ਅੰਸ਼, ਜਿਹਨੂੰ ਅਸੀਂ ਅਸਥੀਆਂ ਸਮਝਦੇ ਹਾਂ, ਮਹਾਰਾਜ ਜੀ ਦੇ ਅੰਸ਼ ਨਹੀਂ ਪ੍ਰਾਪਤ ਹੋਏ। ਸਿਰਫ ਇੱਕ ਸ੍ਰੀ ਸਾਹਿਬ ਪ੍ਰਾਪਤ ਹੋਈ ਸੀ, ਜਿਹਦਾ ਦੀਦਾਰ ਹਰ ਰੋਜ਼ ਆਪਾਂ ਤਖਤ ਸਾਹਿਬ ਜੀ ਤੇ ਆਰਤੀ ਉਪਰੰਤ ਕਰਦੇ ਹਾਂ। ਮਹਾਰਾਜ ਵਿਆਪਕ ਹਨ। ਤੋ ਪ੍ਰਤੱਖ ਦਰਸ਼ਨ, ਪ੍ਰਤੱਖ ਦੀਦਾਰ ਗਰੀਬ ਨਿਵਾਜ ਮਹਾਰਾਜ ਜੀ ਨੇ ਸ੍ਰੀ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਦਿੱਤੇ ਤੇ ਬਚਨ ਕਹੇ ਕਿ ਭਾਈ ਇਹ ਸਾਡਾ ਖੀਸਾ ਹੈ ਤੇ ਇਹਦੇ ਵਿੱਚ ਤੁਹਾਡਾ ਹੱਥ ਹੈ, ਜੋ ਮਰਜ਼ੀ ਜਿਵੇਂ ਮਰਜ਼ੀ ਇਹਦੇ ਚੋਂ ਕੱਢ ਲਿਓ। ਸਾਧ ਸੰਗਤ ਜੀ, ਮਨੁੱਖ ਕਿੰਨਾ ਮਰਜ਼ੀ ਕਿਸੇ ਨੂੰ ਪਿਆਰ ਕਰਦਾ ਹੋਵੇ, ਕਿਸੇ ਦੇ ਖੀਸੇ ਵਿੱਚ ਹੱਥ ਮਾਰੋ ਹਾਂ ਭਲਾ, ਅਗਲਾ ਦੇਖਦਾ ਨਾ ਥੋੜੀ ਓਪਰੀ ਨਜ਼ਰ ਦੇ ਨਾਲ। ਸਭ ਤੋਂ ਅਹਿਮ ਮਨੁੱਖ ਦੇ ਸਾਧ ਸੰਗਤ ਜੀ ਨੇੜੇ ਖੀਸਾ ਹੀ ਹੁੰਦਾ ਹੈ, ਜੇਬ ਹੀ ਹੁੰਦੀ ਹੈ। ਕਿੰਨੀ ਵਾਰੀ ਲੋਕ ਆਪਣੀ ਜੇਬ ਵੱਲ ਧਿਆਨ ਦਿੰਦੇ ਨੇ, ਅਕਾਰਨ ਹੀ ਦਿੰਦੇ ਹਨ। ਅਣਚਾਹੇ ਹੱਥ ਸਾਡੇ ਜਿਹੜੇ ਵਾਰ-ਵਾਰ ਜੇਬ ਨੂੰ ਜਾਂਦੇ ਨੇ, ਅਣਚਾਹੇ। ਭਾਵੇਂ ਤੁਸੀਂ ਆਪਣੀ ਜੇਬ ਵੱਲ ਧਿਆਨ ਦਿਓ ਤੇ ਭਾਵੇਂ ਕਿਸੇ ਦੀ ਜੇਬ ਵੱਲ ਹੋਵੇ, ਭਾਵੇਂ ਉਹਦੇ ਵਿੱਚ ਨਿਗੁਣਾ ਮੋਬਾਈਲ ਹੀ, ਫਿਰ ਵੀ ਵਾਰ-ਵਾਰ ਜੇਬ ਵੱਲ ਧਿਆਨ ਜਾਂਦੇ ਨੇ ਔਰ ਅਕਾਰਨ ਅਚੇਤਨ ਮਨ ਵਿੱਚ ਸਾਡੇ ਹੱਥ ਜਾਂਦੇ ਨੇ। ਸਾਡੇ ਜੀਵਨ ਦਾ ਸਾਰਾ ਸਰਮਾਇਆ ਸਾਡੀ ਜੇਬ ਵਿੱਚ ਹੁੰਦਾ ਹੈ, ਸਾਡੇ ਖੀਸੇ ਵਿੱਚ ਹੁੰਦਾ ਹੈ। ਗ੍ਰਸਤੀ ਲੋਕ ਜੋ ਕੁਛ ਵੀ ਕਮਾਉਂਦੇ ਖੱਟਦੇ ਨੇ, ਆਪਣੇ ਧੀਆਂ ਪੁੱਤਾਂ ਨੂੰ ਦੇ ਜਾਂਦੇ ਹਨ। ਗੁਰਦਸਵੇਂ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਧ ਸੰਗਤ ਜੀ ਆਪਣੇ ਖੀਸੇ ਦੇ ਦੋਨੇ ਹੱਥ ਗਰੀਬ ਨਿਵਾਜ ਮਹਾਰਾਜ ਜੀ ਨੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਤਾਈਂ ਸਾਧ ਸੰਗਤ ਜੀ ਵੰਡੇ ਹਨ। ਇੱਕ ਦੋ ਬਚਨ ਸਮਝਣ ਜੈਸੇ ਹਨ ਖਾਲਸਾ ਜੀ, ਇੱਕ ਦੋ ਬਚਨ ਵਿਚਾਰਨ ਜੈਸੇ ਹਨ। ਗਰੀਬ ਨਿਵਾਜ ਗੁਰਦਸਵੇਂ ਪਾਤਸ਼ਾਹ ਚੋਜੀ ਪ੍ਰੀਤਮ ਸਤਿਗੁਰਾਂ ਦੀ ਇਸ ਵਡਿਆਈ ਦੀ ਬਾਬਤ
ਮਹਾਰਾਜ ਜੀ ਦੇ ਖਜ਼ਾਨੇ ਵਿੱਚ ਕੀ ਹੈ। ਭਾਈ ਨੰਦ ਲਾਲ ਜੀ ਸਾਹਿਬ ਜੀ ਨੇ ਲਿਖਿਆ, ਮਹਿਰ ਮੇ ਹਰ ਰੰਜ ਗੁਰ ਗੋਬਿੰਦ ਸਿੰਘ, ਖਾਜਨੇ ਹਰ ਗੰਜ ਗੁਰ ਗੋਬਿੰਦ ਸਿੰਘ। ਪਰਮੇਸ਼ਰ ਦੇ ਖਜ਼ਾਨਿਆਂ ਦੇ ਖਜ਼ਾਨਚੀ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਔਰ ਦੁਨੀਆ ਦੇ ਜਿਤਨੇ ਵੀ ਖਜ਼ਾਨੇ ਨੇ ਸਾਧ ਸੰਗਤ ਜੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਦਿੱਤੇ ਹਨ। ਸਾਡੇ ਕੋਲ ਬੜੇ ਬੜੇ ਪਿਆਰੇ ਸ਼ਬਦ ਨੇ, ਉਹਨਾਂ ਵਿੱਚੋਂ ਇੱਕ ਪਿਆਰਾ ਸ਼ਬਦ ਹੈ ਸ੍ਰੀ ਸਾਹਿਬ। ਕਿਰਪਾਨ ਦਾ ਇਹ ਨਿਵੇਕਲਾ ਨਾਮ ਸ੍ਰੀ ਸਾਹਿਬ ਹੈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪੁਰਾਣ ਲਿਖਿਆ, ਜਿਵੇਂ ਹਿੰਦੂਆਂ ਵਿੱਚ 18 ਪੁਰਾਣ ਨੇ, ਇੱਕ ਪੁਰਾਣ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ। ਸਤ ਸੰਗਤ ਜੀ, ਉਹਦਾ ਨਾਮ ਸ਼ਸਤਰ ਨਾਮ ਵਾਲਾ ਪੁਰਾਣ ਹੈ। ਖਾਲਸੇ ਨੂੰ ਇਹ ਪੁਰਾਣ ਜ਼ਰੂਰ ਪੜ੍ਹਨਾ ਚਾਹੀਦਾ। ਇਹ ਪੁਰਾਣ ਥੋੜਾ ਜਿਹਾ ਔਖਾ ਹੈ। ਸ਼ਸਤਰ ਨਾਮ ਵਾਲਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਕ੍ਰਿਤ ਜੋ ਹੈ ਨਾ, ਚਰਿਤਰਾਂ ਤੋਂ ਪਹਿਲਾਂ ਜਿਹੜੀ ਆਉਂਦੀ ਹੈ ਦਸਮ ਮਹਾਰਾਜ ਜੀ ਦੀ ਬਾਣੀ ਦੇ ਵਿੱਚ, ਪੜ੍ਹਨੀ ਔਖੀ ਹੈ। ਇਹ ਪੁਰਾਣ, ਇਹ 19ਵਾਂ ਪੁਰਾਣ ਹੈ ਤੇ ਖਾਲਸਾ ਇਸ ਪੁਰਾਣ ਨੂੰ ਰੱਜ ਰੱਜ ਕੇ ਤੇ ਗੱਜ ਗੱਜ ਕੇ ਪੜ੍ਹਦਾ। ਇਹਦੇ ਅਰਥ ਜਿਹੜੇ ਨੇ ਬੜੇ ਰਹੱਸਮਈ ਹਨ। ਸ਼ਸਤਰ ਨਾਮ ਵਾਲਾ ਪੁਰਾਣ ਦੇ ਅਰਥ ਜਿਹੜੇ ਨੇ ਉਹ ਬੜੇ ਗੁਹਜ ਨੇ, ਬੜੀਆਂ ਬੁਝਾਰਤਾਂ ਨੇ ਉਹਦੇ ਵਿੱਚ, ਜਿਹੜੀਆਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਾਈਆਂ ਨੇ। ਔਰ ਹਕੀਕਤ ਇਹ ਹੈ ਕਿ ਜਿੰਨਾ ਚਿਰ ਕਿਸੇ ਨੇ 18 ਪੁਰਾਣ ਨਾ ਸਮਝੇ ਹੋਣ, ਗੁਰੂ ਦਸਵੇਂ ਪਾਤਸ਼ਾਹ ਦਾ 19ਵਾਂ ਪੁਰਾਣ ਸ਼ਸਤਰ ਨਾਮ ਵਾਲਾ ਪੁਰਾਣ ਸਮਝ ਨਹੀਂ ਆਉਂਦਾ। ਮਹਾਰਾਜ ਜੀ ਨੇ ਤਲਵਾਰ ਨੂੰ ਇੱਕ ਨਾਉ ਦਿੱਤਾ ਹੈ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸ੍ਰੀ ਦਾ ਅਰਥ ਹੈ ਲక్ష్ਮੀ ਤੇ ਸਾਹਿਬ ਦਾ ਅਰਥ ਹੈ ਮਾਇਆ। ਲక్ష్ਮੀ ਦਾ ਜੋ ਸਾਹਿਬ ਹੈ, ਮਾਇਆ ਦਾ ਜੋ ਸਾਹਿਬ ਹੈ, ਜਿਸ ਕਰਕੇ ਰਾਜ ਭਾਗ ਮਿਲਦਾ ਹੈ। ਸਾਧ ਸੰਗਤ ਜੀ, ਉਹ ਸ੍ਰੀ ਸਾਹਿਬ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਹੈ। ਉਹ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਕੀ ਹੈ? ਸਾਧ ਸੰਗਤ ਜੀ, ਦੇਗ ਤੇਗ ਜਗ ਮੈਂ ਦੋ ਚੱਲੈ। ਇੱਕ ਤੇਗ ਵੀ ਹੈ ਤੇ ਤੇਗ ਦੇ ਨਾਲ ਸਾਧ ਸੰਗਤ ਜੀ ਪ੍ਰਤੱਖ ਰੂਪ ਦੇ ਵਿੱਚ ਦੇਗ ਵੀ ਹੈ, ਗੁਰੂ ਕਾ ਲੰਗਰ ਵੀ ਹੈ। ਇਹ ਦੋ ਨਿਆਮਤਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਤਾਈਂ ਦਿੱਤੀਆਂ। ਤੁਸੀਂ ਕਿਤੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਪੁਰਾਣੇ ਸਰੂਪ ਦੇਖੋ, ਫੋਟੋਆਂ ਯਤਨ ਕਰਨ ਤੋਂ ਤੁਹਾਨੂੰ ਮਿਲਣਗੀਆਂ। ਬਾਬਾ ਨਿਧਾਨ ਸਿੰਘ ਸਾਹਿਬ ਜੀ ਗੁਰਬਾਣੀ ਦਾ ਕੀਰਤਨ ਗਾਵਿਆਂ ਕਰਦੇ ਸਨ। ਇੱਕ ਪੈਰ ਦੇ ਉੱਪਰ ਖੜੇ ਹੋ ਕੇ ਆਪ ਜੀ ਗੁਰੂ ਕਾ ਜਸ ਕਰਿਆ ਕਰਦੇ ਸਨ ਔਰ ਗਾਤਰੇ ਵਿੱਚ ਆਪ ਜੀ ਸ੍ਰੀ ਸਾਹਿਬ ਰੱਖਿਆ ਕਰਦੇ ਸਨ ਬਾਬਾ ਨਿਧਾਨ ਸਿੰਘ ਸਾਹਿਬ ਜੀ। ਔਰ ਗੁਰੂ ਕੀ ਜਿੰਦੀ ਜਾਗਦੀ ਉਹ ਪ੍ਰਤੱਖ ਫੌਜ ਸਨ। ਇੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਦੇ ਨਾਲ ਸ਼ੁਰੂ ਕੀਤੀ। ਖਾਲਸਾ ਜੀ, ਮਨੁੱਖੀ ਮਨ ਜਦੋਂ ਤੱਕ ਬ੍ਰਹਮ ਗਿਆਨੀ ਨਹੀਂ ਹੁੰਦਾ, ਇਹ ਮਮਤਵ ਵਿੱਚ ਜੀਂਦਾ, ਹਉਮੈ ਵਿੱਚ ਜੀਂਦਾ, ਆਪਣਤ ਵਿੱਚ ਜੀਂਦਾ। ਦਾਸ ਦਾ ਬਹੁਤ ਸਾਰਾ ਸਮਾਂ ਪੰਜਾਬ ਤੋਂ ਬਾਹਰ ਬਤੀਤ ਹੋਇਆ ਤੇ ਮੈਂ ਤੇ ਨਿੱਜੀ ਤੌਰ ਤੇ ਇਹ ਚੀਜ਼ਾਂ ਆਪਣੇ ਜੀਵਨ ਵਿੱਚ ਹੰਡਾਈਆਂ। ਲੋਕ ਆਪਣੇ ਤੇ ਆਪਣਿਆਂ ਨੂੰ ਹੀ ਪਿਆਰ ਦਿੰਦੇ ਨੇ, ਦੂਜੇ ਨੂੰ ਪਿਆਰ ਨਹੀਂ ਦਿੰਦੇ ਹਨ। ਇੱਕ ਦੋ ਬੇਨਤੀਆਂ ਕਰਾਂ, ਭਾਵੇਂ ਇਹ ਸਾਰੀਆਂ ਬਖਸ਼ਿਸ਼ਾਂ ਮੈਨੂੰ ਗਰੀਬ ਨੂੰ ਇੱਥੋਂ ਹੀ ਮਿਲੀਆਂ ਨੇ, ਪਰ ਜਿਹੜੀ ਦੇਸ਼ ਦੀ ਮਮਤਵ ਹੁੰਦਾ ਨਾ, ਦੇਸ਼ ਦੀ ਪਕੜ ਹੁੰਦੀ ਹੈ, ਇਹ ਮਨੁੱਖੀ ਮਨ ਵਿੱਚ ਰਹਿੰਦੀ ਹੈ। ਹਰ ਬੰਦਾ ਆਪਣੇ ਦੇਸ਼ ਵਾਸੀ ਨੂੰ ਸਭ ਤੋਂ ਪਹਿਲਾਂ, ਦੇਸ਼ ਵਿੱਚੋਂ ਇਲਾਕੇ ਵਾਸੀ ਨੂੰ, ਇਲਾਕੇ ਵਿੱਚੋਂ ਪਿੰਡ ਵਾਸੀ ਨੂੰ, ਪਿੰਡ ਵਿੱਚੋਂ ਮਹੱਲੇ ਵਾਲੇ ਨੂੰ, ਤੇ ਮਹੱਲੇ ਵਿੱਚੋਂ ਘਰ ਵਾਲੇ ਨੂੰ, ਤੇ ਘਰ ਵਿੱਚੋਂ ਸਭ ਤੋਂ ਨੇੜਲੇ ਆਪਣੇ ਸਰੀਰ ਨੂੰ ਜ਼ਿਆਦਾ ਧਿਆਨ ਦਿੰਦਾ। ਇਸ ਕਰਕੇ ਬਗਾਨੀ ਜਗ੍ਹਾ ਤੇ ਜਾ ਕੇ ਸਫਲ ਹੋਣਾ ਬਾਹਰੀ ਦ੍ਰਿਸ਼ਟੀ ਦੇ ਨਾਲ ਵੀ ਬੜਾ ਔਖਾ ਹੈ ਤੇ ਅੰਤਰੀਵ ਦ੍ਰਿਸ਼ਟੀ ਦੇ ਨਾਲ ਵੀ। ਸਾਧ ਸੰਗਤ ਜੀ, ਸੋ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨ ਨੇ ਦੁੱਧ ਵਿੱਚ ਚੰਬੇਲੀ, ਖੰਡ ਨੂੰ ਕਹਿੰਦੇ ਨੇ, ਜਾਂ ਚੰਬੇਲੀ ਦਾ ਫੁੱਲ ਵੀ ਵੈਸੇ ਖੰਡ ਵੀ ਸਮਝਦੇ ਨੇ। ਜੇ ਆਪਾਂ ਚੰਬੇਲੀ ਦੇ ਵਿੱਚ ਭਰੇ ਹੋਏ ਬਾਟੇ ਵਿੱਚ ਦੁੱਧ ਪਾਵਾਂਗੇ ਤੇ ਦੁੱਧ ਹੋਰ ਬਾਹਰ ਆ ਜਾਵੇਗਾ, ਪਰ ਜੇ ਇਹਦੇ ਵਿੱਚ ਗੰਧ ਪਾਈਏ ਜਾਂ ਮਿਠਾਸ ਪਾਈਏ ਤੇ ਦੁੱਧ ਬਾਹਰ ਨਹੀਂ ਆਉਂਦਾ। ਵੈਸੇ ਖੰਡ ਨਾਲ ਦੁੱਧ ਬਾਹਰ ਆ ਜਾਂਦਾ, ਪਰ ਸੁਗੰਧ ਦੇ ਨਾਲ ਦੁੱਧ ਬਾਹਰ ਨਹੀਂ ਆਉਂਦਾ। ਇਹ ਇਲਾਕਾ ਜਿੱਥੇ ਸਾਧ ਸੰਗਤ ਜੀ ਹਜੂਰੀ ਫੌਜ ਦੇ ਨਾਲ ਇਹ ਬਾਟਾ ਭਰਿਆ ਹੋਇਆ ਸੀ। ਹਜੂਰੀ ਫੌਜ ਵਿੱਚ
ਸੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਭੇਜੀ ਹੋਈ ਜਿਹੜੀ ਫੌਜ ਸੀ ਇੱਥੇ ਦੱਖਣ ਦੀ ਫੌਜ, ਉਹਨਾਂ ਵਿੱਚ ਬੜੇ ਬੜੇ ਕਮਾਈ ਵਾਲੇ ਗੁਰਸਿੱਖ ਸਨ, ਅੱਜ ਵੀ ਹੈਗੇ ਨੇ। ਤੁਸੀਂ ਇੱਥੋਂ ਵਿਹਲੇ ਹੋ ਕੇ 12 ਵਜੇ ਚਲੇ ਜਾਇਓ ਸੱਚਖੰਡ ਸਾਹਿਬ, ਇੱਥੋਂ ਦੇ ਹਜੂਰੀ ਖਾਲਸੇ ਤੁਹਾਨੂੰ ਉੱਥੇ ਚੌਂਕੜੇ ਮਾਰੇ, ਗੋਡਿਆਂ ਤੇ ਬਾਹਾਂ ਰੀੜ੍ਹ ਦੀਆਂ ਹੱਡੀਆਂ ਸਿੱਧੀਆਂ ਕੀਤੀਆਂ, ਬੜੇ ਬੜੇ ਹਠੀ ਤਪੀ ਤੁਹਾਨੂੰ ਸਿੰਘ ਦਿਖਾਈ ਦੇਣਗੇ। ਉਦੋਂ ਵੀ ਸਨ ਬਾਬਾ ਭੁਜੰਗ ਸਿੰਘ ਜੀ ਵਰਗੇ ਜਾਂ ਹੋਰ ਜਿਹੜੇ ਤੁਰਕੜਿਆਂ ਦੇ ਨਾਲ ਜੂਝ ਕੇ ਲੜੇ। ਜਿੱਥੇ ਬਾਟਾ ਪਹਿਲਾਂ ਹੀ ਭਰਿਆ ਸੀ, ਜਿਹੜੀ ਸਮਝ ਲਓ ਪੀਰਪੁਰੀ ਸੀ, ਮੁਲਤਾਨ ਸੀ, ਉਸ ਇਲਾਕੇ ਵਿੱਚ ਸਫਲ ਹੋਏ ਨੇ ਸ੍ਰੀ ਬਾਬਾ ਨਿਧਾਨ ਸਿੰਘ ਸਾਹਿਬ ਜੀ। ਬਾਹਰੀ ਤੌਰ ਤੇ ਕਿੰਨੀ ਈਰਖਾ ਉਹਨਾਂ ਨੇ ਝੱਲੀ ਹੋਵੇ, ਕਿੰਨੀ ਈਰਖਾ। ਕਿਤੇ ਮੈਂ ਬੇਨਤੀ ਜ਼ਰੂਰ ਕਰਾਂ, ਅੱਜ ਭਾਵੇਂ ਸਾਰਾ ਕੁਝ ਬਿਲਕੁਲ ਸਾਮਾਨ ਹੈ, ਪਰ ਫਿਰ ਵੀ ਮੈਂ ਜ਼ਿਆਦੀਆਂ ਗੱਲਾਂ ਸਟੇਜ ਤੋਂ ਨਹੀਂ ਕਰ ਸਕਦਾ। ਆਖਰ ਅਸੀਂ ਸਮਾਜ ਵਿੱਚ ਰਹਿੰਦੇ ਹਾਂ। ਕਦੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੀ ਬਾਹਰਮੁਖੀ ਤਪੱਸਿਆ ਜ਼ਰੂਰ ਪੜ੍ਹ ਕੇ ਦੇਖਿਓ, ਜਿਵੇਂ ਜਿਵੇਂ ਇਸ ਜਗ੍ਹਾ ਤੇ ਉਹਨਾਂ ਨੇ ਸੇਵਾਵਾਂ ਨਿਭਾਈਆਂ ਪੰਜਾਬ ਦੀ ਧਰਤੀ ਤੋਂ ਆਣ ਕੇ। ਜੜ ਲਾਈ ਜੜ, ਇੱਕ ਪੀੜ੍ਹੀ ਮਿਹਨਤ ਕਰਦੀ ਹੈ, ਦੂਜੀਆਂ ਪੀੜ੍ਹੀਆਂ ਫਿਰ ਸੁੱਖ ਮਾਣਦੀਆਂ ਨੇ। ਪੰਜਾਬ ਦੇ ਹਿੱਸੇ ਦੀ ਜੜ ਲਾਉਣ ਵਾਲੇ ਸ੍ਰੀ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ। ਜੇ ਅਸੀਂ, ਮੈਂ ਅੱਜ ਬੈਠਾ ਮਨ ਵਿੱਚ ਸੋਚਾਂ, ਆ ਕਰੋਨਾ ਮਹਾਮਾਰੀ ਇੱਕ ਵਾਰੀ ਦੁਨੀਆ ਰੀਸੈਟ ਹੀ ਹੋਈ ਹੈ, ਇੱਕ ਵਾਰੀ, ਤੇ ਦੁਬਾਰਾ ਹੀ ਸਾਨੂੰ ਜ਼ਿੰਦਗੀ ਮਿਲੀ ਹੈ ਨਾ, ਕਿ ਆਪਾਂ ਫਿਰ ਵੀ ਬਚ ਗਏ ਹਾਂ ਮਹਾਮਾਰੀ ਬਿਮਾਰੀ ਕਰਕੇ। ਜੇ ਸੰਗਤ ਦਾ ਆਵਾਗਮਨ ਵਧਿਆ ਤੇ ਸ੍ਰੀ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੀ ਤਪੱਸਿਆ ਦਾ, ਉਹਨਾਂ ਦੇ ਲੰਗਰ ਦਾ ਸਦਕਾ ਆਵਾਗਮਨ ਵਧਿਆ, ਤੇ ਤੁਸੀਂ ਸਾਰਾ ਇਤਿਹਾਸ ਪੜਚੋਲ ਕੇ ਦੇਖ ਲਓ। 2 ਸਾਲਾਂ ਦਾ ਪਹਿਲੀ ਵਾਰੀ ਖੁੱਲ ਕੇ ਦਰਸ਼ਨ ਵੀ ਤੁਹਾਨੂੰ ਅੱਜ ਹੀ ਹੋਇਆ ਜੀ। ਪਹਿਲੀ ਵਾਰੀ ਖੁੱਲ ਕੇ ਦਰਸ਼ਨ ਵੀ ਕਰੀਬਨ ਅੱਜ ਹੀ ਸਾਨੂੰ 2 ਸਾਲਾਂ ਬਾਅਦ ਹੀ ਹੋਇਆ। ਇਹ ਗੁਰੂ ਗਰੀਬ ਨਵਾਜ ਮਹਾਰਾਜ ਨੇ ਫੇਰ ਉਹ ਜਿਹੜਾ ਟੋਕਰਾ ਸੀਗਾ ਵਡਿਆਈ ਦਾ, ਫੁੱਲਾਂ ਵਾਲਾ ਟੋਕਰਾ, ਗੁਲਦਸਤਾ, ਫੇਰ ਵੀ ਸ੍ਰੀ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਸੀਸ ਉੱਪਰ ਹੀ ਧਰਿਆ। ਆਪਣਤ ਜਿਹੜੀ ਹੈ ਨਾ, ਇਹ ਸਾਡੇ ਰਿਸ਼ਤਿਆਂ ਵਿੱਚ ਵੀ ਹੈ। ਸਾਡੇ ਰਿਸ਼ਤਿਆਂ, ਜੇ ਕੋਈ ਬਾਹਰੀ ਦੇਸ਼ ਦਾ ਸਰੀਰ, ਭਾਵੇਂ ਸਾਡੀ ਕੌਮ, ਸਾਡੇ ਮਜ਼ਹਬ ਦਾ ਵੀ ਕਿਉਂ ਨਾ ਹੋਵੇ, ਜੇ ਉਹ ਸਾਡੇ ਨਾਲ ਦਵੈਸ਼ ਕਰਦਾ ਨਾ, ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਅਸੀਂ ਅਕਸਰ ਦੁਨੀਆ ਵਿੱਚ ਵੀ ਕਹਿੰਦੇ ਆ ਮੇਰੀ ਭੈਣ ਦੀ ਕੁੜੀ ਹੈ, ਕਦੀ ਨਹੀਂ ਕੋਈ ਕਹਿੰਦਾ ਕਿ ਭਣਵਈਏ ਦੀ ਕੁੜੀ, ਜਦੋਂ ਕਿ ਉਹ ਵੀ ਵਿਰੋਧੀ ਬਰੋਬਰ ਦੀ ਲੱਗਦੀ ਹੈ। ਇਹ ਜੀ ਭਰਾ ਦਾ ਮੁੰਡਾ ਹੈ, ਭਰਜਾਈ ਦਾ ਮੁੰਡਾ ਨਹੀਂ, ਮਾਸੀ ਦੀ ਕੁੜੀ ਹੈ, ਮਾਸੜ ਦੀ ਕੁੜੀ ਨਹੀਂ, ਕਿਉਂਕਿ ਮਾਸੀ ਪਹਿਲਾਂ ਸੀ, ਭੈਣ ਪਹਿਲਾਂ ਸੀ, ਭਣਵਈਆ ਬਾਅਦ ਚ ਆਇਆ। ਭਰਾ ਦਾ ਮੁੰਡਾ ਹੈ, ਭਰਾ ਆਪਣਾ ਸੀ, ਭਰਜਾਈ ਬਾਅਦ ਚ ਆਈ। ਕਦੀ ਕਿਸੇ ਨੇ ਨਹੀਂ ਕਿਹਾ। ਇਹ ਆਪਣਾ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ, ਸਦਕੇ ਉਸ ਮਾਲਕ ਤੋਂ ਜਿਹਨੇ ਮੋਹ ਬਣਾਇਆ ਹੋਇਆ। ਇਹ ਮੋਹ ਕੋਈ ਔਗਣ ਨਹੀਂ ਹੈ। ਜੇ ਸਾਡੇ ਨਾਲ ਕੋਈ ਦਵੈਸ਼ ਕਰੇ ਜਾਂ ਆਪਣਾ ਸਾਡੇ ਨਾਲ ਕੋਈ ਪਿਆਰ ਕਰੇ, ਇਹ ਕੁਦਰਤੀ ਖੇਡ ਹੈ, ਇਹ ਕੁਦਰਤੀ ਵਰਤਾਰਾ। ਅਸੀਂ ਕਹਿੰਦੇ ਮਾਮੇ ਦਾ ਬੱਚਾ, ਮਾਮੇ ਦੀ ਕੁੜੀ, ਮਾਮੀ ਦੀ ਨਹੀਂ ਕਹਿੰਦੇ, ਜਦੋਂ ਕਿ ਮਾਮੀ ਦੀ ਭਾਵੇਂ ਕੁੜੀ ਜਿਆਦੀ ਲੱਗਦੀ ਹੈ, ਕਿਉਂਕਿ ਉਹਨੇ ਆਪਣੇ ਜਿਸਮ ਵਿੱਚੋਂ ਆਪਣਾ ਜਿਸਮ ਖੋਰ ਕੇ, ਹੱਡ ਖੋਰ ਕੇ ਬੱਚੀ ਨੂੰ ਜਾਂ ਬੱਚੇ ਨੂੰ ਜਨਮ ਦਿੱਤਾ, ਪਰ ਅਪਣਾਤਿਆ ਨਾ। ਮੈਂ ਬੇਨਤੀ ਇਸ਼ਾਰਿਆਂ ਵਿੱਚ ਕਰਨਾ ਚਾਹੁੰਦਾ, ਬਹੁਤ ਵੱਡੀ ਬਾਹਰੀ ਦ੍ਰਿਸ਼ਟੀ ਦੇ ਨਾਲ ਸਾਧ ਸੰਗਤ ਜੀ, ਸ੍ਰੀ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ ਇਸ ਜਗ੍ਹਾ ਦੇ ਉੱਪਰ ਤਪੱਸਿਆ ਕੀਤੀ ਹੈ। ਤੇ ਆਪ ਜੀ ਨੂੰ ਪਤਾ ਹੋਵੇ ਕਿ ਨਾ ਇਤਿਹਾਸ ਆ, ਇਤਿਹਾਸ ਆ। ਮੈਂ ਕਦੀ ਨਹੀਂ ਦੁਹਰਾਇਆ, ਮੈਂ ਹਰ ਸਾਲ ਇਸ ਜਗ੍ਹਾ ਤੇ ਹਾਜ਼ਰੀ ਭਰਦਾ, ਆਣ ਕੇ ਆਪਣਾ ਅਕੀਦਾ ਭੇਟ ਕਰਦਾ, ਕਦੀ ਨਹੀਂ ਇਹਨਾਂ ਚੀਜ਼ਾਂ ਨੂੰ ਦੁਹਰਾਇਆ। ਪਰ ਅੱਜ ਜਦੋਂ ਦੁਬਾਰਾ ਕੋਰੋਨਾ ਕਰਕੇ ਅਸੀਂ ਇਕੱਤਰ ਹੋ ਰਹੇ ਹਾਂ, ਤੇ ਵੇਖ ਲਿਓ ਤੁਸੀਂ, ਅੱਜ ਦਾ ਦਿਨ ਨੋਟ ਕਰ ਲਿਓ, ਅੱਜ ਦੇ ਦਿਨ ਤੋਂ ਬਾਅਦ ਹੁਣ ਸੰਗਤ ਦਾ ਆਵਾਗਮਨ ਇੱਥੇ ਸੁਧਾਰਨ ਹੋ ਜਾਣਾ। ਇਹ ਅੱਜ ਦੇ ਦਿਨ ਤੋਂ ਬਾਅਦ ਹੀ ਹੋਣਾ। ਭਾਵੇਂ ਟ੍ਰੇਨਾਂ ਲੰਮੇ ਅਰਸੇ ਦੀਆਂ ਚੱਲੀ ਜਾਣ, ਜਹਾਜ਼ ਲੰਮੇ ਅਰਸੇ ਦੇ, ਰੋਡ ਬਾਏ, ਹੁਣ ਕੋਈ ਸਾਨੂੰ ਦਿੱਕਤ ਨਹੀਂ ਹੈ। ਬਹੁਤੀਆਂ ਜਗ੍ਹਾ ਤੇ ਟੀਕਾਕਰਨ ਵੀ ਹੋ ਗਿਆ, ਸਭ ਕੁਝ, ਪਰ ਇਹ ਜਿੰਨੂੰ ਵਡਿਆਈ ਮਿਲਣੀ ਹੁੰਦੀ ਉਹਨੂੰ ਹੀ ਮਿਲਣੀ ਹੁੰਦੀ। ਇਹ ਇਸ ਤਰ੍ਹਾਂ, ਮੇਰਾ ਨਗਰ ਭਿੰਡੀ ਔਲਖ ਹੈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਏ ਮਾਤਾ ਮਰਵਾਈ ਨੂੰ ਵਿਆਹਣ ਵਾਸਤੇ। ਜਿਹੜੇ ਬਾਬਾ ਹਰੀ ਸਿੰਘ ਸਾਹਿਬ ਜੀ ਹੋਏ ਨੇ ਨਾ, ਕਾਰ ਸੇਵਾ ਵਾਲੇ ਮਹਾਂਪੁਰਖ, ਉਹਨਾਂ ਦੀ ਭੈਣ ਬਜ਼ੁਰਗ ਸਾਡੇ ਨਗਰ ਵਿੱਚ ਵਿਆਹੇ ਸਨ। ਸੋ ਬਾਪੂ ਸੁਦਾਗਰ ਸਿੰਘ ਦੇ ਨਾਲ, ਬਾਪੂ ਸੁਦਾਗਰ ਸੋਹਣੀ, ਉਹ ਢਾਡੀ ਸਨ, ਕਾਰ ਸੇਵਾ ਦੇ ਪ੍ਰੇਮੀ ਸਨ। ਸਾਨੂੰ ਵੀ ਸਿੱਖੀ, ਮੈਨੂੰ ਵੀ ਕਾਰ ਸੇਵਾ ਚੋਂ ਮਿਲੀ ਹੈ, ਸਾਨੂੰ ਵੀ। ਸਾਡੇ ਪਰਿਵਾਰ 'ਚ ਕੋਈ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਸੀਗਾ। ਬਾਬਾ ਹਜ਼ਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ, ਬਾਬਾ ਲੱਖਾ ਸਿੰਘ ਜੀ ਗੁਰੂ ਕੇ ਬਾਗ ਵਾਲੇ, ਉਹਨਾਂ ਦੇ ਬਚਨਾਂ ਨਾਲ ਹੀ, ਸੋ ਮੇਰਾ ਜਨਮ ਵੀ ਉਹਨਾਂ ਦੇ ਬਚਨਾਂ ਦੇ ਨਾਲ ਹੀ ਸਾਡੇ ਪਰਿਵਾਰ ਵਾਲੇ ਮੰਨਦੇ ਨੇ। ਵੱਡੀਆਂ 2 ਭੈਣਾਂ ਸਨ। ਤੋ ਇਸੇ ਪ੍ਰਕਾਰ
ਜਦੋਂ ਬਾਬਾ ਹਰੀ ਸਿੰਘ ਸਾਹਿਬ ਜੀ ਨੇ ਜਥੇਦਾਰ ਸਨ ਪੁਰਾਣੇ, ਬਾਬਾ ਜੀਵਨ ਸਿੰਘ ਸਾਹਿਬ ਜੀ, ਬਾਬਾ ਗੁਰਮੁਖ ਸਿੰਘ ਸਾਹਿਬ ਜੀ, ਬਾਬਾ ਸਾਧੂ ਸਿੰਘ ਸਾਹਿਬ, ਵੀ ਆਓ ਆਣ ਕੇ ਸੇਵਾ ਲਾਓ। ਕਹਿੰਦੇ ਨਹੀਂ, ਜਿਹਦੇ ਭਾਗਾਂ 'ਚ ਸੇਵਾ ਉਹੋ ਹੀ ਆਣ ਕੇ ਸੇਵਾ ਲਾਓ। ਤੇ ਫਿਰ ਸਾਧ ਸੰਗਤ ਜੀ, ਬਾਬਾ ਹਜ਼ਾਰਾ ਸਿੰਘ ਸਾਹਿਬ, ਇਹ ਤੇ ਛੋਟੀ ਜੀ ਘਟਨਾ, ਸੂਖਮ ਜੀ ਘਟਨਾ। ਸੋ ਜਿਹਨੂੰ ਜੋ ਮਹਾਰਾਜ ਨੇ ਡਿਊਟੀ ਲਗਾਉਣੀ ਆ ਉਹ ਉਨੇ ਹੀ ਕੰਮ ਕਰਨਾ ਹੈ, ਦੂਸਰਾ ਕੋਈ ਵੀ ਕਾਰਜ ਨਹੀਂ ਕਰ ਸਕਦਾ। ਇਹ 10ਵੇਂ ਪਾਤਸ਼ਾਹ ਮਹਾਰਾਜ ਮੋਹਰ ਮਾਰ ਕੇ, ਠੱਪਾ ਮਾਰ ਕੇ ਆਪਣੀ ਦਰਗਾਹ ਦਾ ਭੇਜਦੇ ਨੇ। ਸਾਧ ਸੰਗਤ ਜੀ, ਠੱਪਾ ਮਾਰ ਕੇ ਜਦੋਂ ਕੋਈ ਬ੍ਰਹਮ ਗਿਆਨੀ ਹੋ ਜਾਂਦਾ ਹੈ, ਸੋ ਫਿਰ ਉਹ ਸਰੀਰਾਂ ਤੋਂ ਉੱਪਰ ਉੱਠ ਜਾਂਦਾ ਹੈ, ਰਹਿੰਦਾ ਉਹ ਸਰੀਰ ਵਿੱਚ ਹੈ, ਪਰ ਉਹਨੂੰ ਸਰੀਰ ਨਾਲ ਕੋਈ ਲਗਾਮ ਨਹੀਂ ਹੁੰਦਾ। ਉਹਦੇ ਸਰੀਰ ਨੂੰ ਭਾਵੇਂ ਕੋਈ ਕਿੰਨੀ ਮਰਜ਼ੀ ਈਰਖਾ, ਦਵੈਸ਼, ਵੈਰ ਵਿਰੋਧ ਜਿੰਨਾ ਮਰਜ਼ੀ ਕੋਈ ਕਰੀ ਜਾਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹਨੂੰ ਧਰਮ ਦੀ ਦੁਨੀਆ ਵਿੱਚ ਕਹਿੰਦੇ ਨੇ ਕਿ ਸਾਡੇ ਕੋਲ 3 ਸਰੀਰ ਹਨ। ਸੂਖਮ ਜਿਹਾ ਥੋੜਾ ਜਿਹਾ ਮੈਂ ਇਹ ਵਿਸ਼ਾ ਹੈ, ਵਿਦਾਂਤ ਜਿਹਾ ਹੀ ਕਹਿ ਲਓ, ਸਾਂਝਾ ਕਰਕੇ ਮੈਂ ਸਮਾਪਤੀ ਕਰ ਦਿੱਤੀ ਕਿ ਸਾਡੇ 3 ਸਰੀਰ ਹੁੰਦੇ ਨੇ, ਸੂਖਮ, ਸਥੂਲ ਤੇ ਕਾਰਨ। 3 ਸਰੀਰ ਹੁੰਦੇ ਨੇ। ਇਹਨੂੰ ਵਿਦਾਂਤੀ ਲੋਕ ਬਦਾਮ ਦੀ ਉਦਾਹਰਨ ਦੇ ਨਾਲ ਸਮਝਾਉਂਦੇ ਨੇ। ਜਿਹੜਾ ਬਦਾਮ ਹੁੰਦਾ ਨਾ, ਉਹਦੇ 3 ਹਿੱਸੇ ਹੁੰਦੇ ਨੇ। ਇੱਕ ਹੁੰਦਾ ਉਹਦਾ ਉੱਪਰਲਾ ਗਿਟਕ, ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਭਾਸ਼ਾ ਵਿੱਚ। ਇੱਕ ਉਹਦਾ ਛਿਲਕਾ ਹੁੰਦਾ, ਇੱਕ ਬਦਾਮ ਦੇ ਅੰਦਰਲਾ ਹਿੱਸਾ ਹੁੰਦਾ। ਜਦੋਂ ਬਦਾਮ ਕੱਚਾ ਹੁੰਦਾ ਨਾ, ਉਹ ਸਾਰਾ ਇੱਕ ਹੀ ਹਿੱਸਾ ਹੁੰਦਾ, ਆੜੂ ਦੀ ਤਰ੍ਹਾਂ। ਜਿਨ੍ਹਾਂ ਨੇ ਕਦੀ ਆੜੂ ਗੌਰ ਨਾਲ ਵੇਖਿਆ, ਤੇ ਜਦੋਂ ਬਦਾਮ ਪੱਕ ਜਾਂਦਾ, ਉਹਦੀ ਗਿਟਕ ਵੱਖਰੀ ਹੋ ਜਾਂਦੀ ਤੇ ਬਦਾਮ ਦਾ ਅਗਲਾ ਹਿੱਸਾ ਵੱਖਰਾ ਹੋ ਜਾਂਦਾ। ਆਪਾਂ ਖੜਕਾ ਕੇ ਦੇਖ ਲੈਨੇ ਇਹਦੇ ਅੰਦਰ ਗਿਰੀ ਹੈਗੀ ਕਿ ਨਹੀਂ ਹੈਗੀ। ਤੇ ਉਹ ਜਿਹੜੀ ਗਿਰੀ ਹੈ, ਜਦੋਂ ਅਸੀਂ ਉਹਨੂੰ ਭਿਗੋ ਦਿੰਦੇ ਆ ਪਾਣੀ ਵਿੱਚ, ਫਿਰ ਉਹਦਾ ਛਿਲਕਾ ਵੀ ਵੱਖਰਾ ਹੋ ਜਾਂਦਾ। ਜਦੋਂ ਬਦਾਮ ਕੱਚਾ ਹੋਵੇਗਾ, ਉਦੋਂ ਉਹਦਾ ਸਰੀਰ ਨਾਲ ਬਿਲਕੁਲ ਸੰਬੰਧ ਹੁੰਦਾ। ਜਦੋਂ ਪੱਕ ਜਾਂਦਾ, ਉਹਦਾ ਬਾਹਰਲਾ ਤੁਸੀਂ ਗਿਟਕ ਜਿੰਨੀ ਮਰਜ਼ੀ ਤੋੜ ਦਿਓ, ਬਦਾਮ ਨੂੰ ਕੀ ਅਸਰ। ਮੈਨੂੰ ਯਾਦ ਆ ਰਿਹਾ 2005 ਵਿੱਚ, ਉਦੋਂ 12 ਕੁ ਸਾਲਾਂ ਦਾ ਭਜੰਗੀ ਸੀਗਾ। ਇੱਥੇ ਅਸੀਂ ਚਲੀਸਾ ਕੱਟ ਕੇ ਗਏ ਸੀ 40 ਦਿਨ। ਬਾਬਾ ਸੀਸਾ ਸਿੰਘ ਸਾਹਿਬ ਜੀ ਨਾਲ ਨੇ ਉਦੋਂ ਨਵਾਂ ਆਪਣਾ ਸਰੀਰ ਤਿਆਗਿਆ ਤੇ ਮਹਾਂਪੁਰਖਾਂ ਨੂੰ ਨਵੀਂ ਸੇਵਾ ਮਿਲੀ ਸੀ 2005 ਵਿੱਚ। ਮੈਨੂੰ ਮਹੀਨਾ ਨਹੀਂ ਚੰਗੀ ਤਰ੍ਹਾਂ ਯਾਦ। ਟਕਸਾਲ ਵਿੱਚੋਂ ਭਾਈ ਨਰਵੈਰ ਸਿੰਘ ਹੁੰਦੇ ਸਨ, ਇੱਕ 5 ਪਿਆਰਿਆਂ 'ਚ ਲੱਗਦੇ ਸੀਗੇ। ਅਸੀਂ ਕਥਾ ਸਿੱਖ ਲਈ ਸੀ, ਸੰਥਿਆ ਕਰ ਲਈ ਸੀ ਬਚਪਨ ਵਿੱਚ ਹੀ। ਤੇ ਉਹਨਾਂ ਨੇ ਕਿਹਾ ਵੀ ਚਲੋ ਹੁਣ ਜਾ ਕੇ ਉੱਥੇ 40 ਦਿਨ ਜਾਪ ਕਰਨਾ ਚਾਹੀਦਾ। ਇੱਥੇ ਗੁਰੂ ਕੇ ਬਾਗ ਇੱਕ ਬਦਾਮ ਦਾ ਰੁੱਖ ਹੁੰਦਾ ਸੀ, ਜੇ ਮੈਂ ਭੁੱਲਦਾ ਨਾ ਹੋਵਾਂ। ਇੱਥੇ ਬੱਬੇ ਰਣਜੀਤ ਸੋਹਣੀ ਮਨਵਾੜ ਵਾਲੇ ਜੇ ਬੈਠੇ ਹੋਣਗੇ, ਉਹ 10 ਦੇ ਹਮ ਉਮਰ ਨੇ, ਥੋੜੇ ਜਿਹੇ ਵੱਡੇ ਨੇ। ਉਦੋਂ ਉੱਥੇ ਵਰਕਸ਼ਾਪ ਸੀ, ਗੋਬਿੰਦ ਬਾਗ, ਗੁਰੂ ਕੇ ਬਾਗ ਵਰਕਸ਼ਾਪ ਸੀ ਉਦੋਂ। ਉੱਥੇ ਇੱਕ ਜਥੇਦਾਰ ਜੀ ਵੀ ਹੁੰਦੇ ਸਨ, ਉਹਨਾਂ ਨੂੰ ਬੜੀ ਭਾਰੀ ਸ਼ੂਗਰ ਸੀ। ਉਹ ਸ਼ਾਇਦ ਚਾਲਾਂ ਮਾਰ ਗਏ ਸਨ ਬਾਅਦ ਵਿੱਚ। ਮੇਰੇ ਤੋਂ ਬਾਣੀ ਸੁਣਦੇ ਹੁੰਦੇ ਸੀਗੇ। ਤੇ ਉੱਥੇ ਬਦਾਮ ਦਾ ਰੁੱਖ ਹੁੰਦਾ ਸੀ। ਮੈਂ ਉਹ ਵੱਟੇ ਮਾਰਨੇ, ਇੱਟਾਂ ਮਾਰਨੀਆਂ, ਉਹਨੂੰ ਬਦਾਮ ਨੂੰ ਸੁੱਟਣਾ, ਉਹ ਮੈਨੂੰ ਝਿੜਕਦੇ ਵੀ ਸੀਗੇ। ਤੇ ਬੜੀ ਪੁਰਾਣੀ ਗੱਲ ਹੈ। ਉੱਥੇ ਬਦਾਮ ਦਾ ਰੁੱਖ ਹੁੰਦਾ ਸੀਗਾ। 2005 ਦੀ ਗੱਲ ਹੈ। ਇੱਥੇ ਅੰਦਰ ਦਾਸ ਨੇ ਉਦੋਂ ਕਥਾ ਵੀ ਕੀਤੀ ਸੀ, ਸਾਉਣ ਦੇ ਮਹੀਨੇ, ਸਾਵਣ ਸਰਸੀ ਕਾਮਣੀ। 2005 ਨੂੰ ਹਿਸਾਬ ਲਗਾ ਲਓ ਕਿ ਹੁਣ ਕਿੰਨੇ 12-13 ਸਾਲ ਇਸ ਤਰ੍ਹਾਂ ਸ਼ਾਇਦ ਕੁਝ ਬਣਦੇ ਨੇ, ਇੰਨੇ ਸਾਲ ਹੋ ਗਏ। ਉਹ ਬਦਾਮ ਜਿਹੜਾ ਹੁੰਦਾ ਹੈ ਨਾ, ਜਦੋਂ ਕੱਚਾ ਹੁੰਦਾ ਉਹ ਇੱਕ ਹੀ ਰੂਪ ਹੁੰਦਾ ਉਹਦਾ, ਤੇ ਜਦੋਂ ਪੱਕ ਜਾਂਦਾ ਹੈ ਤੇ ਫਿਰ ਉਹ ਅੰਦਰਲੀ ਗਿਟਕ ਤੇ ਬਦਾਮ ਦਾ ਬਿਲਕੁਲ ਹਿੱਸਾ ਵੱਖਰਾ ਹੋ ਜਾਂਦਾ। ਇਵੇਂ ਜਦੋਂ ਕੋਈ ਬ੍ਰਹਮ ਗਿਆਨੀ ਨਹੀਂ ਹੁੰਦਾ, ਜਗਿਆਸੂ ਹੁੰਦਾ, ਉਦੋਂ ਉਹਦਾ ਸਰੀਰ ਦੇ ਨਾਲ ਸੰਬੰਧ ਹੁੰਦਾ। ਜਦੋਂ ਕੋਈ ਬ੍ਰਹਮ ਗਿਆਨੀ ਹੋ ਜਾਂਦਾ, ਬਦਾਮ ਦੀ ਤਰ੍ਹਾਂ ਪੱਕ ਜਾਂਦਾ, ਉਦੋਂ ਉਹਦਾ ਸਰੀਰ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਭਾਵੇਂ ਉਹਦੇ ਸਰੀਰ ਨੂੰ ਕੋਈ ਬੰਦ ਕੱਟ ਦਵੇ, ਭਾਵੇਂ ਕੁਛ ਮਰਜ਼ੀ ਕਰ ਦੇਵੇ। ਅੱਜ ਵੀ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਸਰੀਰ ਹੈਗੇ ਨੇ ਸਾਧਕ ਪੁਰਸ਼, ਪਤਾ ਨਹੀਂ ਤੁਸੀਂ ਮੰਨੋ ਜਾਂ ਨਾ ਮੰਨੋ, ਆਪਣੇ ਸਰੀਰ ਵਿੱਚੋਂ ਉਹ ਆਤਮਾ ਕੱਢ ਲੈਂਦੇ ਹਨ। ਪਰ ਜਿਹੜੇ ਵਾਤਾਵਰਨ ਵਿੱਚ, ਜਿਹੜੇ ਆਬੋ ਹਵਾ ਦੇ ਵਿੱਚ, ਜਿਸ ਮੌਸਮ ਦੇ ਵਿੱਚ ਉਹ ਸਰੀਰ ਵਿੱਚੋਂ ਆਪਣੀ ਆਤਮਾ ਕੱਢਦੇ ਨੇ, ਸਵਾਸ ਦਸਮ ਦੁਆਰ ਵਿੱਚ ਚੜਾ ਕੇ, ਉਹੋ ਹੀ ਆਬੋ ਹਵਾ ਚਾਹੀਦੀ ਹੈ। ਬਾਬਾ ਰਾਮ ਰਾਏ ਜੀ ਸਾਹਿਬ ਜੀ ਦਾ ਇਤਿਹਾਸ ਪੜ੍ਹ ਕੇ ਦੇਖਿਓ ਕਿਤੇ। ਬਾਬਾ ਰਾਮ ਰਾਏ ਜੀ ਨੂੰ ਜਿੰਦਿਆਂ ਹੀ ਅੱਗ ਨੇ ਭੇਟ ਕਰ ਦਿੱਤਾ ਸੀ ਮਸੰਦਾਂ ਨੇ, ਜਿਹੜੇ ਮਸੰਦਾਂ ਨੂੰ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਅੱਗ ਵਿੱਚ ਸਾੜਿਆ ਸੀਗਾ। ਕਿਉਂਕਿ ਬਾਬਾ ਰਾਮ ਰਾਏ ਜੀ ਸਾਹਿਬ ਜੀ ਨੇ ਆਪਣੇ ਪ੍ਰਾਣ ਦਸਮ ਦੁਆਰ ਦੇ ਵਿੱਚ ਚੜਾਏ ਸੀ। ਤੇ ਬੀਬੀ ਪੰਜਾਬ ਕੌਰ ਜੀ ਨੇ ਕਿਹਾ ਸੀਗਾ ਵੀ ਮਰੇ ਨਹੀਂ।
ਭਾਵੇਂ ਉਹ ਕਥਾ 'ਚ ਲਿਖਿਆ ਉਹਨਾਂ ਨੂੰ ਸਰਾਪ ਵੀ ਸੀਗਾ ਵੀ ਤੇਰੇ ਆਪਣੇ ਚੇਲੇ ਤੈਨੂੰ ਸਾੜਨਗੇ। ਇਸ ਤਰ੍ਹਾਂ ਗੁਰੂ ਕਾ ਸਰਾਪ ਵੀ ਲਿਖਿਆ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਨੇ। ਚਲੋ ਮੈਂ ਇਸ ਵਿਸ਼ੇ 'ਚ ਨਹੀਂ ਜਾਣਾ, ਪਰ ਉਹਨਾਂ ਨੇ ਆਪਣੇ ਪ੍ਰਾਣ ਜਿਹੜੇ ਸਨ ਉਹ ਦਸਮ ਦਵਾਰ ਦੇ ਵਿੱਚ ਚੜਾਏ ਸਨ, ਤੇ ਜਦੋਂ ਉਹਨਾਂ ਦਾ ਸਰੀਰ ਕੁਟੀਆ ਦੇ ਵਿੱਚੋਂ, ਗੁਫਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਮਸੰਦਾਂ ਨੇ, ਫਿਰ ਉਹ ਪ੍ਰਾਣ ਸਰੀਰ ਵਿੱਚ ਨਹੀਂ ਜਾ ਸਕੇ, ਕਿਉਂਕਿ ਜਿਸ ਆਬੋ ਹਵਾ ਦੇ ਵਿੱਚ, ਜਿਸ ਮੌਸਮ ਬਹਾਰ ਵਿੱਚ, ਜਿਸ ਟੈਂਪਰੇਚਰ ਵਿੱਚ ਅਸੀਂ ਸਰੀਰ ਵਿੱਚੋਂ ਪ੍ਰਾਣ ਕੱਢਦੇ ਆ, ਉਹੀ ਟੈਂਪਰੇਚਰ ਚਾਹੀਦਾ। ਤਾਈਓ ਲੋਕਾਂ ਨੇ, ਮਹਾਤਮਾ ਨੇ ਗੁਫਾਵਾਂ, ਕੰਦਰਾਂ, ਪਹਾੜਾਂ ਦੀਆਂ ਚੁਣੀਆਂ ਸਨ। ਉਹ ਕੋਈ ਪਾਗਲ ਨਹੀਂ ਸਨਗੇ, ਉਹ ਕੰਦਰਾਂ, ਗੁਫਾਵਾਂ ਦੇ ਵਿੱਚ ਰਹਿੰਦੇ ਸਨ, ਜਿੱਥੇ ਹਮੇਸ਼ਾ ਆਬੋ ਹਵਾ ਸੇਮ ਰਹਿੰਦੀ ਸੀ। ਉੱਥੇ ਉਹ ਸਰੀਰ ਵਿੱਚੋਂ ਪ੍ਰਾਣ ਕੱਢਦੇ ਸਨ, ਉੱਥੇ ਹੀ ਆਣ ਕੇ ਸਰੀਰ ਵਿੱਚ। ਕਿਤੇ ਸੰਤੋਖੇ ਜੋਗੀ ਦੀ ਕਥਾ ਪੜ੍ਹ ਕੇ ਦੇਖਿਓ। 5 ਸਰੋਵਰ ਨੇ, ਸ੍ਰੀ ਅੰਮ੍ਰਿਤਸਰ ਸਾਹਿਬ, ਰਾਮਸਰ, ਕੌਸਰ, ਵਿਵੇਕਸਰ, ਉਹਦੇ ਵਿੱਚ ਸੰਤੋਖਸਰ ਸਾਹਿਬ ਅਸਥਾਨ ਹੈ, ਉਹਦੀ ਕਿਤੇ ਕਥਾ ਵਿਸਥਾਰ ਦੇ ਸਹਿਤ ਪੜ੍ਹ ਕੇ ਦੇਖਿਓ। ਸਤਜੁਗ ਦਾ ਬੈਠਾ ਸੀ ਸੰਤੋਖਾ। ਇਹਦੇ ਸਰੀਰ ਨੂੰ ਆ ਜਿਹੜੀ ਕਸਤੂਰੀ ਹੁੰਦੀ ਹੈ, ਦਾਸ ਨੇ ਬਚਪਨ 'ਚ ਵੇਖੀ ਸੀ, ਬਹੁਤ ਗਰਮ ਹੁੰਦੀ ਹੈ। ਕਸਤੂਰੀ ਵਿੱਚ ਮੱਖਣ ਆਦਿਕ ਮਿਲਾ ਕੇ ਦਸਮ ਦਵਾਰ ਦੇ ਵਿੱਚ, ਸਿਰ ਦੇ ਵਿੱਚ ਝੱਸ ਕੇ, ਤਲੀਆਂ ਵਿੱਚ ਝੱਸ ਕੇ ਇਹਦੇ ਸਰੀਰ ਨੂੰ ਫਿਰ ਸਧਾਰਨ ਅਵਸਥਾ ਵਿੱਚ ਲਿਆਂਦਾ ਸੀ। ਇਹਦੀਆਂ ਪਲਕਾਂ ਬੜੀਆਂ ਲੰਮੀਆਂ ਸਨ, ਬਾਹਾਂ ਬੜੀਆਂ ਲੰਮੀਆਂ, ਲੋਹ ਬੜੇ ਲੰਮੇ। ਜਦੋਂ ਅੱਖ ਝਮਕਦਾ ਸੀ ਏਦਾਂ ਲੱਗਦਾ ਸੀਗਾ ਦੁਬਾਰਾ ਬੰਦ ਹੋ ਕੇ ਸੂਰਜ ਚੜ੍ਹਿਆ ਹੋਵੇ, ਇੰਨਾ ਇਹਦਾ ਪ੍ਰਕਾਸ਼ ਸੀਗਾ। ਤੇ ਇਹਨੇ ਅੱਖਾਂ ਖੋਲਦਿਆਂ ਸਾਰ ਸੰਤੋਖੇ ਨੇ ਪੁੱਛਿਆ ਸੀ ਕਿਹੜਾ ਯੁੱਗ ਚੱਲਣ ਡਿਆ। ਜਿਵੇਂ ਅਸੀਂ 10 ਮਿੰਟ ਬਾਣੀ ਪੜ੍ਹ ਕੇ ਟਾਈਮ ਵੇਖਦੇ ਕਿੰਨਾ ਹੋ ਗਿਆ, ਇਹਨੇ ਪੁੱਛਿਆ ਕਿਹੜਾ ਯੁੱਗ ਚੱਲਣ ਡਿਆ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਕਿਹਾ ਕਲ ਯੁੱਗ ਚੱਲਣ ਡਿਆ। 5000 ਸਾਲ ਅਵਸਥਾ ਹੋ ਗਈ ਕਲ ਯੁੱਗ ਦੀ। ਇਹਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨਾ ਸੀ, ਧਾਰ ਲਿਆ? ਹਾਂ ਧਾਰ ਲਿਆ। ਉਹਨਾਂ ਦੀ ਗੁਰਤਾ ਗੱਦੀ ਦੇ ਚੌਥੇ ਵਾਰਸ ਭਾਵ 5ਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਤੁਹਾਡੇ ਸੀਸ ਵਾਲੇ ਪਾਸੇ ਖੜੇ, ਇਹ ਮਹਾਰਾਜ ਦਾ ਸਿੱਧਕੀ ਸਿੱਖ ਹੋਇਆ ਜਿਹੜਾ ਸੰਤੋਖਾ ਰੱਖੀ ਸੀ। ਇਹਦੇ ਨਾਮ ਤੇ ਮਾਣ ਨੇ ਸੰਤੋਖਸਰ ਸਾਹਿਬ ਸਰੋਵਰ ਦਾ ਨਾਮ ਧਰਿਆ ਸੀ। ਤੋ ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਹੜੇ ਬ੍ਰਹਮ ਗਿਆਨੀ ਤਤਵੇਤਾ ਲੋਕ ਹੁੰਦੇ, ਕਰਨੀ ਕਮਾਈ ਵਾਲੇ ਲੋਕ ਹੁੰਦੇ, ਉਹ ਸਰੀਰਾਂ ਤੋਂ ਬਿਲਕੁਲ ਉੱਪਰ ਉੱਠੇ ਹੁੰਦੇ। ਜਿਵੇਂ ਬਦਾਮ ਕੱਚਾ ਹੋਵੇਗਾ, ਉਹਦਾ ਸੰਬੰਧ ਹੋਵੇਗਾ ਛਿਲਕੇ ਦੇ ਨਾਲ, ਛਿੱਲੜ ਦੇ ਨਾਲ, ਗਿਟਕ ਦੇ ਨਾਲ। ਜਦੋਂ ਪੱਕ ਜਾਵੇਗਾ ਸਰੀਰ ਤੋਂ ਉੱਪਰ ਉੱਠ ਜਾਵੇਗਾ। ਫਿਰ ਐਸੇ ਜਿਹੜੇ ਲੋਕ ਨੇ, ਉਹਨਾਂ ਦੀ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਬਾਣੀ ਚ ਤੁਕ ਆਉਂਦੀ, ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਉਹਨਾਂ ਦੀ ਬਰਕਤ ਨੂੰ ਅਸੰਖ ਕਰੋੜਾਂ ਹੀ ਸਰੀਰ ਖਾਂਦੇ ਨੇ, ਅਸੰਖ ਕਰੋੜਾਂ ਹੀ ਸਰੀਰ ਖਾਂਦੇ ਨੇ। ਕਿੰਨਾ ਪ੍ਰਚਾਰ ਸਾਧ ਸੰਗਤ ਜੀ ਇਸ ਸੰਪਰਦਾਇ ਨੇ ਕੀਤਾ। ਮੇਰਾ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਨਿੱਜੀ ਸੰਬੰਧ ਆ ਇਸ ਸੰਪਰਦਾ ਦੇ ਨਾਲ। 2005 ਤੋਂ ਹੀ ਇਸ ਅਸਥਾਨ ਤੇ ਆ ਰਿਹਾ। 2005 ਤੋਂ ਹੀ ਕਰੀਬਨ ਅਸੀਂ ਲੰਗਰ ਸਾਹਿਬ ਦੇ ਸੇਵਾਦਾਰ, 12 ਸਾਲਾਂ ਦੇ ਚੰਗੀ ਸਾਂ। ਉਦੋਂ ਵੀ ਇੱਥੇ 40 ਦਿਨ ਸੇਵਾ ਕਰਕੇ ਗਏ ਸਾਂ। ਉਸ ਤੋਂ ਬਾਅਦ ਵੀ ਕਈ ਵਾਰੀ ਆਏ ਗਏ, ਹੁਣ ਵੀ ਹਰ ਸਾਲ ਆਈਦਾ। ਬਹੁਤ ਸਾਰੀਆਂ ਪੰਥ ਵਿੱਚ ਜਥੇਬੰਦੀਆਂ ਨੇ। ਦਾਸ ਤੇ ਜਿਹੜਾ ਵੀ ਕੋਈ ਚੋਲੇ ਵਾਲਾ, ਕੁੜਤੀ ਵਾਲਾ ਮਿਲੇ, ਸਾਨੂੰ ਤੇ ਸਾਡੇ ਵੱਡਿਆਂ ਨੇ ਦੱਸਿਆ ਵੀ ਇਹਨਾਂ ਦਾ ਸਤਿਕਾਰ ਹੀ ਕਰਨਾ, ਕੁੜਤੀ ਦਾ ਸਤਿਕਾਰ ਕਰਨਾ। ਅਸੀਂ ਤੇ ਬਚਪਨ ਵਿੱਚ ਜੇ ਕਿਤੇ ਕਾਰ ਸੇਵਾ ਦੀ ਗੱਡੀ ਲੰਘਦੀ, ਪਹਿਲਾਂ ਕਾਰ ਸੇਵਾ ਦੀਆਂ ਗੱਡੀਆਂ ਦੇ ਰੰਗ ਵੀ ਖੱਟੇ ਹੀ ਹੁੰਦੇ ਸਨ, ਮਹਾਂਪੁਰਖਾਂ ਦੇ ਗੁਰਸਥਾਨਾਂ ਦੇ ਨਾਮ ਲਿਖੇ ਹੁੰਦੇ। ਤੇ ਸਾਨੂੰ ਇਹ ਦੱਸਣਾ ਵੀ ਬੱਚਾ ਆਖੇ ਗੁਰੂ ਕਾ ਜਹਾਜ਼ ਆ, ਕਾਰ ਸੇਵਾ ਦੀ ਗੱਡੀ ਵੇਖਣੀ ਤੇ ਜੋੜੇ ਉਤਾਰਦੇ ਨੇ ਵੀ ਗੁਰੂ ਕਾ ਜਹਾਜ਼ ਜਾਣ ਡਿਆ, ਕਿਉਂਕਿ ਉਹਦੇ ਚ ਸੰਗਤਾਂ ਨਾਮ ਜਪਦੀਆਂ। ਅਸੀਂ ਹਰੇਕ ਦਾ ਸਤਿਕਾਰ ਕਰਦੇ ਹਾਂ। ਪਰ ਸਾਧ ਸੰਗਤ ਜੀ, ਕਦੇ ਅੰਦਰ ਗਹਿਰੀ ਨਜ਼ਰ ਮਾਰ ਕੇ ਦੇਖੋ, ਜਿਹੜੇ ਵੀ ਮਹਾਂਪੁਰਖਾਂ ਦੇ ਨਾਲ ਅਸੀਂ ਜੁੜੇ ਹਾਂ, ਸਤਿਕਾਰ ਕਰਦੇ ਹਾਂ, ਉਹ ਸੰਪਰਦਾ ਦੇ ਅੰਦਰ ਥੋੜਾ ਜਿਹਾ ਗਹਿਰਾ ਜਾ ਕੇ ਦੇਖੋ। ਇਸ ਸੰਪਰਦਾ ਦੇ ਵਿੱਚ ਵਿਦਿਆ ਦਾ ਡਟ ਕੇ ਪ੍ਰਚਾਰ ਜੇ। ਇਸ ਸੰਪਰਦਾ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨਾ ਸਤਿਕਾਰ ਜੇ। ਸਾਧ ਸੰਗਤ ਜੀ, ਮੈਂ ਤੁਹਾਡੇ ਚਰਨਾਂ ਜ਼ਰੂਰ ਬੇਨਤੀ ਕਰਦਾ, ਤੁਸੀਂ ਕੱਲ ਨੂੰ, ਦੁਪਹਿਰ ਨੂੰ, ਜਾਂ ਜਦੋਂ ਵੀ ਤੁਹਾਡਾ ਸਮਾਂ ਲੱਗੇ, ਜਿੱਥੇ ਉੱਪਰ ਅਖੰਡ ਪਾਠ ਸਾਹਿਬ ਹੁੰਦੇ ਆ ਨਾ, ਮੇਰੀ ਬੇਨਤੀ ਜੇ ਉੱਥੇ 10 ਮਿੰਟ ਜ਼ਰੂਰ ਜਾ ਕੇ ਆਇਓ। ਤੇ ਅਗਲੀ ਗੱਲ, ਜਿਹੜੇ ਇੱਥੇ 2-4-10 ਦਿਨ ਲਈ ਆਏ ਨੇ, ਜਦੋਂ ਕਿਤੇ ਉੱਤੇ ਚੰਦੋਵੇ ਚੇਂਜ ਹੁੰਦੇ ਹੋਣ, ਇੱਥੇ ਲੰਗਰ ਸਾਹਿਬ ਜਦੋਂ ਚੰਦੋਵੇ ਚੇਂਜ ਹੁੰਦੇ ਹੋਣ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੇ, ਮੇਰੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਜੇ ਜ਼ਰੂਰ ਜਾਇਓ। ਤੁਹਾਨੂੰ ਪਤਾ ਲੱਗ ਜਾਊ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਚੰਦੋਆ ਕਿਵੇਂ ਚੇਂਜ ਕਰੀਦਾ। ਇੰਨਾ ਵੱਡਾ ਚੰਦੋਆ, ਹੈਰਾਨਗੀ ਦੀ ਗੱਲ, ਧਰਮੀ ਗੱਲ, ਥੱਲੇ ਨਹੀਂ ਲੰਘਣ ਦਿੰਦੇ ਸੇਵਾਦਾਰ, ਜਦੋਂ ਕਿ ਬਹੁਤ ਔਖਾ। ਅਸੀਂ ਵੀ ਤਖਤ ਤੇ ਚੰਦੋਆ ਚੇਂਜ ਕਰਦੇ ਹਾਂ,
ਅਸੀਂ ਵੀ ਤਖਤ ਤੇ ਚੰਦੋਆ ਚੇਂਜ ਕਰਦੇ, ਥੱਲੇ ਨਹੀਂ ਲੱਗਣ ਦਿੰਦੇ, ਜੂਠੇ ਹੱਥ ਨਹੀਂ ਲੱਗਣ ਦਿੰਦੇ। ਸੋ ਬਾਣੀ ਦਾ ਇੰਨਾ ਸਤਿਕਾਰ ਔਰ ਗੁਰਬਾਣੀ ਦੀ ਇੰਨੀ ਸ਼ੁੱਧਤਾ, ਕਹਿਣ ਵਾਲੇ ਕਿਸੇ ਨੇ ਕਹਿ ਦੇਣਾ ਵੀ ਉਦਾਂ ਹੀ ਅਨਪੜ੍ਹੀ ਤੁਰੇ ਫਿਰਦੇ। ਫਿਰ ਵਿਦਿਆ ਦਾ ਵੀ ਪ੍ਰਚਾਰ ਤੇ ਪ੍ਰਸਾਰ, ਬਕਾਇਦਾ ਅਖੰਡ ਪਾਠੀਆਂ ਨੂੰ ਵੀ ਸੰਥਿਆ ਕਰਾਈ ਜਾਂਦੀ, ਔਰ ਜਿੱਥੇ ਜਿੱਥੇ ਵੀ ਸੇਵਾਵਾਂ ਨਿਭਾਈਆਂ, ਸੁੰਦਰ ਦਰਬਾਰ ਬਣਾਏ, ਉੱਥੇ ਉੱਥੇ ਟਕਸਾਲ ਦੇ ਸੰਪਰਦਾਇ ਗਿਆਨੀਆਂ, ਜਿਹਨੂੰ ਆਪਾਂ ਸ਼੍ਰੀ ਦਮਦਮੀ ਟਕਸਾਲ ਕਹਿੰਦੇ ਆ, ਗਿਆਨੀਆਂ ਦੀ ਸੰਪਰਦਾਇ ਦੇ ਉੱਥੇ ਪਾਠੀ, ਅਖੰਡ ਪਾਠੀ, ਰਾਗੀ ਸਿੰਘ ਇਸ ਤਰ੍ਹਾਂ ਰੱਖ ਕੇ ਫਿਰ ਮਹਾਰਾਜ ਦੀ ਬਾਣੀ। ਫਿਰ ਹੋਰ ਬਹੁਤ ਦੁੱਖ ਦੀ ਗੱਲ ਆ, ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਸਾਹਿਬ ਜੀ ਕਿਹਾ ਕਰਦੇ ਸੀ, ਕੌਮ ਤੇ ਭੀੜ ਪਵੇ ਤੇ ਸਾਧ ਜੇ ਬੈਠਾ ਹੀ ਰਹੇ, ਉਹ ਕਿਸੇ ਅੰਨੇ ਮਤ ਦਾ ਸਾਧ ਜ਼ਰੂਰ ਹੋ ਸਕਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਜ਼ਾਨੇ ਦਾ ਸਾਧ ਨਹੀਂ ਹੋ ਸਕਦਾ। ਜਿੱਥੇ ਵੀ ਕੌਮ ਦੇ ਵੱਡੇ ਫੈਸਲਿਆਂ ਦੀ ਗੱਲ ਆਈ, ਮੈਂ ਨਾਮ ਨਹੀਂ ਲੈਣਾ ਕਿਸੇ ਦਾ ਵੀ, ਅਸੀਂ ਵੀ ਖੁਦ ਸੋ ਇੱਕ ਢਾਂਚੇ ਵਿੱਚ ਵਿਚਰਦੇ ਹਾਂ, ਜਿੱਥੇ ਵੀ ਕੌਮ ਦੇ ਵੱਡੇ ਫੈਸਲਿਆਂ ਦੀ ਗੱਲ ਆਈ ਹੈ, ਇਹ ਸੰਪਰਦਾ ਖੁੰਡਾ ਲੈ ਕੇ ਹੱਥ ਵਿੱਚ ਅੱਗੇ ਵੜੀ। ਇੱਕ ਵਾਰੀ ਮੈਂ ਲਾਈਵ ਵਿੱਚ ਵੀ ਬੇਨਤੀ ਕੀਤੀ ਸੀ, ਸਾਡੇ ਪੰਥ ਵਿੱਚ ਕਈ ਵਾਰੀ ਲਕੀਰਾਂ ਖਿੱਚੀਆਂ ਗਈਆਂ। ਸ਼੍ਰੀ ਬਾਬਾ ਦੀਪ ਸਿੰਘ ਸਾਹਿਬ ਜੀ ਮਿਸ਼ਲ ਸ਼ਹੀਦਾਂ ਦੇ ਮਾਨੀ, ਬ੍ਰਹਮ ਗਿਆਨੀ, ਮਹਾਂਪੁਰਖ ਤਤਵੇਤਾ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲਕੀਰ ਖਿੱਚੀ, ਤੇ ਜਦੋਂ ਪੰਥ ਨੂੰ ਭੀੜ ਪਈ ਆ ਨਾ, ਇੱਥੇ ਵੇਖੋ ਮੌਜੀ ਗੁਰੂ ਕੇ ਸਿੰਘ ਕਾਰ ਸੇਵਾ ਦੇ ਇੱਥੇ ਤਖਤ ਸਾਹਿਬ ਤੇ ਇਸ਼ਨਾਨ ਦਰਸ਼ਨ ਕਰਕੇ ਤੇ ਇਥੋਂ ਦੇ ਕਾਰ ਸੇਵਾ ਦੇ ਗੁਰਮੁਖਾਂ ਨੇ ਲਕੀਰ ਵੀ ਖਿੱਚੀ ਸੀ ਕਿ ਜਿਹਨੇ ਲਕੀਰ ਟੱਪਣੀ ਆਓ ਫਿਰ ਉੱਥੇ ਸ਼ਹੀਦੀਆਂ ਦੇਣੀਆਂ ਜਾ ਕੇ 84 ਵਿੱਚ 84 ਦੇ ਵਿੱਚ। ਤੇ ਇਸ ਸੰਪਰਦਾ ਦੇ ਸਿੰਘ ਵੀ ਸ਼ਹੀਦ ਹੋਏ, ਇੱਕ ਡੈਰੀ ਬਣੀ ਹੋਈ ਆ 84 ਸ਼ਹੀਦਾਂ ਦੇ ਨਾਮ ਦੀ, ਤੇ 40 ਸਿੰਘ ਸ਼ਹੀਦ ਹੋਏ ਨੇ ਇਸ ਸੰਪਰਦਾ ਦੇ। ਮੈਂ ਡੈਰੀ ਦਾ ਜ਼ਿਕਰ ਲੱਗਾ ਸੀ ਕਰਨ, ਉੱਥੇ ਸਿੰਘਾਂ ਦੇ ਨਾਮ, ਨਗਰਾਂ ਦੇ ਨਾਮ, ਫਿਰ ਬਕਾਇਦਾ ਸੰਪਰਦਾ ਦਾ ਨਾਮ ਲਿਖਿਆ ਵੀ ਦਮਦਮੀ ਟਕਸਾਲ ਦਾ, ਅਖੰਡ ਕੀਰਤਨੀ ਜਥੇ ਦਾ, ਨਿਹੰਗ ਸਿੰਘਾਂ ਦਾ, ਤੇ ਇਹ ਸੰਪਰਦਾ ਦੇ ਸਿੰਘ ਵੀ ਫਿਰ ਸਾਧ ਸੰਗਤ ਜੀ ਸ਼ਹੀਦੀਆਂ ਨੂੰ ਪ੍ਰਾਪਤ ਹੋਏ। ਕਿਉਂਕਿ ਜਦੋਂ ਕੋਈ ਧਰਮੀ ਹੁੰਦਾ, ਮੈਂ ਬੇਨਤੀ ਕਰ ਰਿਹਾ, ਜਦੋਂ ਕੋਈ ਧਰਮੀ ਹੁੰਦਾ ਨਾ, ਉਦੋਂ ਫਿਰ ਉਹਦਾ ਸਰੀਰ ਨਾਲੋਂ ਮੋਹ ਟੁੱਟਦਾ, ਬਦਾਮ ਦੀ ਤਰ੍ਹਾਂ ਸਰੀਰ ਨਾਲੋਂ ਮੋਹ ਟੁੱਟਦਾ ਹੈ। ਤੇ ਇੱਥੇ ਸਤਿਨਾਮ ਵਾਹਿਗੁਰੂ ਜੀ ਦਾ ਨਾਮ ਜਪਾਇਆ ਜਾਂਦਾ, ਸਿਮਰਨ ਭਜਨ ਹੁੰਦਾ, ਮਹਾਰਾਜ ਦੀ ਗੁਰਬਾਣੀ ਦਾ ਦਵੋ ਆਦਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ। ਅਸੀਂ ਪੰਥ ਵਿੱਚ ਰਹਿੰਦੇ ਹਾਂ, ਸਾਡੇ ਕੋਲ ਹਰ ਤਰ੍ਹਾਂ ਦਾ ਸਿੱਖ ਹੁੰਦਾ, ਉੱਥੇ ਦੇਸ਼ ਵਿਦੇਸ਼ ਦਾ, ਅਸੀਂ ਵੀ ਬਾਹਰ ਅੰਦਰ ਜਾਂਦੇ ਹਾਂ। ਲੋਕ ਸਾਡੇ ਕੋਲ ਇਹਨਾਂ ਮਹਾਂਪੁਰਖਾਂ ਦੇ ਬਾਰੇ ਇਹੋ ਜਿਹੀਆਂ ਸਾਨੂੰ ਗੱਲਾਂ ਸੁਣਾ ਜਾਂਦੇ ਆ ਕਿ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਬਰਸੀ ਤੇ ਜਾਣਾ ਹੁੰਦਾ, ਵੀ ਚਲੋ ਪਿਆਰ ਆ। ਇਹੋ ਜਿਹੀਆਂ ਲੋਕ ਗੱਲਾਂ, ਜੰਬੇ ਦੀਆਂ ਗੱਲਾਂ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਦੇ ਬਾਰੇ, ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਦੇ ਬਾਰੇ ਵੀ ਜੇ ਸਟੇਜ ਤੇ ਸੁਣਾਈ ਹੈ ਨਾ, ਲੋਕਾਂ ਨੇ ਕਹਿਣਾ ਖੁਰੇ ਝੂਠ ਹੀ ਬੋਲਦੇ ਆ। ਪਰ ਐਸੀ ਮਹਾਰਾਜ ਦੀ ਇੱਥੇ ਕਲਾ ਵਰਤਦੀ ਹੈ। ਗੁਰੂ ਕਾ ਖਜ਼ਾਨਾ ਜਿੱਥੇ ਗੁਰੂ ਕਾ ਖੀਸਾ ਹੋਵੇ, ਉੱਥੇ ਸਾਧ ਸੰਗਤ ਜੀ ਕਿਆ ਖੇਡਾਂ ਨਾ ਵਰਤਨ, ਸਭ ਕੁਝ ਉੱਥੇ ਵਰਤਦਾ ਹੈ। ਸਿਦਕ ਰੱਖੋ, ਭਾਵਨਾ ਰੱਖੋ। ਉਹ ਜਿਵੇਂ ਗੁਰੂ ਅਮਰਦਾਸ ਮਾਨ ਨੇ ਕਿਹਾ ਸੀਗਾ ਵੀ ਸਾਰੀ ਬੇੜੀ ਜੇ ਡੁੱਬ ਜਾਏ ਤੇ ਬੇੜਾ ਗਰਕ, ਜੇ 2-4 ਚੱਪੇ ਬੇੜੀ ਪਾਣੀ ਤੋਂ ਪਰ ਰਹੇ ਤੇ ਬੇੜਾ ਤਰ ਜਾਂਦਾ। ਜੇ ਸਾਰੀ ਜ਼ਿੰਦਗੀ ਅਸੀਂ ਧੀਆਂ ਪੁੱਤਾਂ ਲਈ ਜੀਵਿਆ ਤੇ ਸਮਝ ਲਓ ਉਦਾਂ ਹੀ ਸਾਡੀ ਜ਼ਿੰਦਗੀ ਲੰਘ ਗਈ। ਜ਼ਿਆਦਾ ਨਹੀਂ, 40-40 ਦਿਨ ਦੀ ਸਾਨੂੰ ਜ਼ਰੂਰ ਸੇਵਾ ਲਿਖਾਉਣੀ ਚਾਹੀਦੀ ਹੈ ਗ੍ਰਸਤੀਆਂ ਨੂੰ। ਜਿਹੜੇ ਕੋ ਰਿਟਾਇਰ ਹੋ ਗਏ ਨੇ ਜਾਂ ਕੋਈ 50 ਸਾਲ ਦੇ ਹੋ ਗਏ, 40 ਸਾਲ ਦੀ ਸੇਵਾ ਲਿਖਾ ਲਓ। ਇੱਥੇ ਨਹੀਂ ਤੇ ਜਿੱਥੇ ਤੁਹਾਡੇ ਆਸ-ਪਾਸ ਸਥਾਨ ਹੈ ਉੱਥੇ 40 ਦਿਨ ਸੇਵਾ ਕਰੋ, ਤੁਹਾਨੂੰ 40 ਦਿਨਾਂ 'ਚ ਮਰਜ਼ਾਦਾ ਆ ਜਾਣੀ। ਬੜਾ ਕੁਝ ਤੁਹਾਨੂੰ ਸਿੱਖਣ ਨੂੰ ਮਿਲ ਜਾਏਗਾ, ਤੁਸੀਂ ਅੱਗੇ ਬੱਚਿਆਂ ਨੂੰ ਸਮਝਾਓਗੇ। ਤਾਂ ਇਸ ਪ੍ਰਕਾਰ ਜ਼ਰੂਰ ਆਪਣੇ ਜੀਵਨ ਦਾ ਸਮਾਂ ਦਿਓ। ਫਿਰ ਸਾਧ ਸੰਗਤ ਜੀ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰ ਦਿੱਤੀ। ਬਹੁਤ ਸਾਰੀਆਂ ਵੈਬਸਾਈਟਾਂ ਨੇ, ਬਹੁਤ ਸਾਰੀਆਂ ਵੈਬਸਾਈਟਾਂ ਨੇ ਜਿੱਥੇ ਜਾ ਕੇ ਨਾ ਤੁਸੀਂ ਸਾਰੇ ਧਰਮ ਦੇ ਅਸਥਾਨਾਂ ਦੇ ਦਰਸ਼ਨ ਕਰ ਸਕਦੇ ਆ। ਵੈਸੇ ਤੇ ਕਿਤੇ ਵੀ ਤੁਸੀਂ ਜਾਓ ਪੰਜਾਬ ਤੋਂ ਬਾਹਰ, ਚਲ ਜਾਇਆ ਕਰੋ ਮੰਦਰ ਮੁੰਦਰ ਵੇਖਣ, ਮੱਥਾ ਟੇਕਣ ਨਹੀਂ ਕਹਿਣ ਡਿਆ, ਮੰਦਰ ਮੁੰਦਰ ਵੇਖਣ ਚਲ ਜਾਇਆ ਕਰੋ, ਕੋਈ ਗੁਨਾਹ ਨਹੀਂ ਹੁੰਦਾ। ਵੇਖਣ ਵਾਸਤੇ ਜ਼ਰੂਰ ਜਾਇਆ ਕਰੋ, ਪਤਾ ਲੱਗਦਾ ਲੋਕਾਂ ਦੇ ਧਰਮਾਂ ਬਾਰੇ ਤੇ ਪਖੰਡਾਂ ਬਾਰੇ। ਨਹੀਂ ਜਾਣਾ ਜਾਂ ਨਹੀਂ ਸਮਾਂ, ਤੇ ਵੈਬਸਾਈਟਾਂ ਹੈਗੀਆਂ, ਆਪਣੇ ਨਿਆਣੇ ਨੂੰ ਕਹਿ ਤੁਹਾਨੂੰ ਫੋਟੋਆਂ ਕੱਢ ਦੇਣਗੇ। ਸਭ ਤੋਂ ਜ਼ਿਆਦਾ ਸੁੰਦਰ ਅਸਥਾਨ ਸਾਡੇ ਧਰਮ ਦੇ ਜੇ। ਮੈਂ ਬਹੁਤ ਸਾਰੇ ਐਸੇ ਤੀਰਥਾਂ ਨੂੰ ਜਾਣਦਾ ਜਿਹੜੇ 68 ਤੀਰਥਾਂ ਵਿੱਚ ਆਉਂਦੇ ਨੇ, ਹਿੰਦੂਆਂ ਦੇ 68 ਤੀਰਥਾਂ ਵਿੱਚ ਆਉਂਦੇ। ਜਿੱਥੇ ਮੈਂ ਖੁਦ ਘੁੰਮਣ ਗਿਆ ਉੱਥੇ ਕੋਈ ਰਿਹਾਇਸ਼ ਨਹੀਂ ਹੈਗੀ, ਹੈਰਾਨਗੀ ਦੀ ਗੱਲ, ਕੋਈ ਕਮਰਾ ਨਹੀਂ ਤੁਹਾਨੂੰ ਮਿਲਦਾ। ਤੇ ਉੱਥੇ ਆਸ-ਪਾਸ ਜਿਹੜੇ ਗੁਰਦੁਆਰੇ ਬਣੇ, ਭਾਵੇਂ ਸਿੰਘ ਸਭਾ ਦੇ ਨੇ, ਭਾਵੇਂ ਇਤਿਹਾਸਕ ਨੇ, ਕਿਉਂਕਿ ਬਹੁਤੇ ਤੀਰਥਾਂ ਤੇ ਮਹਾਰਾਜ ਗਏ ਨੇ। ਹੈਰਾਨਗੀ ਦੀ ਗੱਲ, ਮੇਲੇ ਹੋਰ ਧਰਮਾਂ ਦੇ ਹੁੰਦੇ ਨੇ ਤੇ ਲੋਕ ਕਮਰੇ ਗੁਰਦੁਆਰਿਆਂ 'ਚ ਲੈ ਕੇ ਰਹਿੰਦੇ। ਬੜੀ ਮਜ਼ੇਦਾਰ ਗੱਲ ਹੈ, ਬੜੀ ਹੈਰਾਨਗੀ ਦੀ ਗੱਲ ਹੈ।
बड़ी हैरानगी की गल। ये सारे का सारा किन्हां दे सिर ते सेहरा जांदा, ये कार सेवा वालियां दे। जिन्ने सुंदर स्थान, रहायशां, लंगर, पार्किंग, ये सारा कुछ साध संगत जी साडे पंथ विच हैगा ना, किते नहीं जी हैगा। जदों होवेगा तो मैं तुहानूं दसूंगा, अजे नहीं जे हैगा ते ना ही किसे तो रीस होनी है, ना ये किसे तो रीस होनी। जिवें गृहस्थी रुपया रुपया जोड़ के कौली चमचा भांडा छन्ना बनाउंदा ना, इवें कार सेवा वाले साध नूं तुसीं कदे कपड़ियां वाली दुकान ते नहीं वेखोगे, ना तुसीं कहीं जूस पींदियां दुकान ते वेखोगे। जो आ गया वो साध मरादा खा लैण, एक कुर्ती पा के कई कई साल कढ़ के रुपया रुपया जोड़ के। कार सेवा ਜਿਹੜੇ ਬੰਦੇ ਨੌਕਰੀਆਂ ਕਰਦੇ ਨੇ ਨਾ, ਤਨਖਾਹ ਲੈਂਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਕਾਰ ਸੇਵਾ ਵਾਲੇ ਕਿੰਨੇ ਕੰਜੂਸ ਹੁੰਦੇ। ਉਹ ਕਈ ਵਾਰੀ ਪਾਪੀ ਸਰੀਰ ਸਾਡੇ ਵਰਗੇ ਗਾਲਾਂ ਕੱਢਦੇ ਬਾਬਿਆਂ ਨੂੰ ਕਿ ਸਾਨੂੰ ਰੁਪਈਆ ਨਹੀਂ ਦਿੰਦੇ, ਸਾਨੂੰ ਪੈਸਾ ਨਹੀਂ ਦਿੰਦੇ, ਸਾਨੂੰ ਚੀਜ਼ ਨਹੀਂ। ਲੋਕਾਂ ਦੀਆਂ ਆਦਤਾਂ ਵਿਗੜੀਆਂ ਹੋਈਆਂ ਠੇਕੇਦਾਰਾਂ ਨਾਲ ਰਹਿ ਕੇ, ਸਰਕਾਰਾਂ ਦੇ ਕੰਮ ਕਰ ਕਰਕੇ, ਖਾ ਖਾ ਕੇ ਆਦਤਾਂ ਵਿਗੜੀਆਂ ਹੋਈਆਂ। ਉਹ ਕਿੱਥੋਂ ਦੇਣ ਤੁਹਾਨੂੰ, ਕਿੱਥੋਂ ਲਟਾਉਣ ਤੇ ਤਾਂ ਜੇ ਆਪ ਲੋਟੂ ਹੋਣ। ਰੁਪਈਆ ਰੁਪਈਆ ਬਚਾ ਕੇ ਗੁਰੂ ਘਰ ਦੀਆਂ ਵਸਤੂਆਂ ਬਣਾਉਂਦੇ ਨੇ, ਰੁਪਈਆ ਰੁਪਈਆ ਬਚਾ ਕੇ। ਇਹ ਸਾਧ ਸੰਗਤ ਜੀ ਗੁਰੂ ਕੀਆਂ ਪ੍ਰਪਾਟੀਆਂ ਨੇ, ਇਹ ਗੁਰੂ ਕੇ ਰਿਵਾਜ ਨੇ, ਇਹ ਗੁਰੂ ਕੀਆਂ ਨਿਆਮਤਾਂ ਨੇ, ਇਹ ਗੁਰੂ ਕੀਆਂ ਰਹਿਮਤਾਂ ਨੇ, ਇਹ 10ਵੇਂ ਪਾਤਸ਼ਾਹ ਮਹਾਰਾਜ ਦੀਆਂ ਦਾਤਾਂ ਨੇ। ਇਹ ਕਦੀ ਮੁੜਨ ਨਹੀਂ ਲੱਗੀਆਂ, ਇਹ ਚਲਦੀਆਂ ਰਹਿਣੀਆਂ, ਇਹ ਅਖੰਡ ਹੀ ਚੱਲਣਗੀਆਂ, ਇਹ ਸਾਰੀ ਦੁਨੀਆ ਤੱਕ ਚੱਲਣਗੀਆਂ। ਤੇ ਬਾਣੀ ਚ ਤੁਕ ਆਉਂਦੀ ਹੈ, ਜਨਮ ਤੁਹਾਰੇ ਲੇਖੇ। ਗ੍ਰਸਤੀਓ ਅਸੀਂ ਹੋਰ ਬੜਾ ਕੁਝ ਤਿਆਰ ਕਰਕੇ ਗੁਰੂ ਪੰਥ ਨੂੰ ਦਿੰਦੇ ਹਾਂ। ਬਾਣੀ 'ਚ ਇੱਕ ਤੁਕ ਆਉਂਦੀ, ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਵਿੱਚ ਆਇਓ, ਅਪਜਸੰ ਮਿਟੰਤ ਸਤ ਪੁੱਤਰ ਹੈ, ਸਿਮਰਤਬ ਹਿਰਦੈ ਗੁਰ ਮੰਤਰਣ ਹੈ। ਇਹਦੇ ਅਰਥ ਬੜੇ ਪਿਆਰੇ ਕਿ ਜੇ ਕੋਈ ਚੰਗਾ ਪੁੱਤ ਪੈਦਾ ਹੋ ਜਾਏ ਤੇ ਸਾਰੀ ਕੁੱਲ ਤਰ ਜਾਂਦੀ। ਸਾਧ ਕੈ ਸੰਗ ਸਭ ਕੁੱਲ ਉਧਾਰ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ। ਤੇ ਮੈਂ ਬੇਨਤੀ ਕਰਾਂ ਗ੍ਰਸਤੀਆਂ ਨੂੰ, ਅਸੀਂ ਇੰਨਾ ਕੁਝ ਗੁਰੂ ਘਰ ਨੂੰ ਤਿਆਰ ਕਰ ਕਰਕੇ ਦਿੰਦੇ ਆ। ਠੀਕ ਹੈ ਤੁਹਾਨੂੰ ਇੱਕ ਪੁੱਤ ਚਾਹੀਦਾ, ਠੀਕ ਹੈ ਤੁਹਾਨੂੰ 2 ਚਾਹੀਦੇ, ਵੈਸੇ ਲੋੜ ਹੈ ਪੰਥ ਨੂੰ ਪੁੱਤਾਂ ਦੀ। ਪਰ ਸਾਧ ਸੰਗਤ ਜੀ ਅਸੀਂ ਆਪਣੇ એનર્ਜੀ, ਆਪਣੀ ਸ਼ਕਤੀ ਇਸ ਪਾਸੇ ਲਾ ਕੇ ਪੁੱਤ ਪੈਦਾ ਕਰਕੇ ਪੰਥ ਨੂੰ ਦਿਓ, ਪੁੱਤ ਪੈਦਾ ਕਰਕੇ ਕੌਮ ਨੂੰ ਦਿਓ, ਕਾਰ ਸੇਵਾ ਨੂੰ ਦਿਓ। ਤੁਹਾਡੀਆਂ ਕੁੱਲਾਂ ਤਰ ਜਾਣਗੀਆਂ, ਤੁਹਾਡਾ ਭਲਾ ਹੋ ਜਾਏਗਾ। ਉਹਦੀ ਫਿਕਰ ਫੁਕਰ ਕਰਨ ਦੀ ਨਹੀਂ ਲੋੜ, ਉਹਦੀ ਫਿਕਰ ਮਹਾਰਾਜ ਕਰੂਗਾ, ਉਹਦੀ ਫਿਕਰ ਮਹਾਂਪੁਰਖ ਕਰਨਗੇ। ਐਸੇ ਰਿਵਾਜ ਕੌਮ ਵਿੱਚ ਕਾਇਮ ਰੱਖੋ। ਕੁਛ ਵੀ ਗਲਤ ਨਹੀਂ ਹੁੰਦਾ ਗੁਰੂ ਘਰਾਂ 'ਚ। ਇਹ ਨਿੰਦਿਆ ਕਰਨ ਵਾਲੇ ਨਿੰਦਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ। ਜੀ ਨਸ਼ੇ ਜੀ ਕੌਣ, ਦੁਨੀਆ ਨਹੀਂ, ਨਸ਼ੇ ਤਾਂ ਦੁਨੀਆ ਕਰਦੀ ਹੈ, ਨਸ਼ੇ ਤਾਂ ਦੁਨੀਆਦਾਰ ਕਰਦੇ ਨੇ। ਕੌਣ ਕਹਿੰਦਾ ਨਸ਼ਾ ਹੁੰਦਾ? ਇਹ ਤਾਂ ਸਰਕਾਰਾਂ ਨੇ ਬੰਦੇ ਛੱਡੇ ਹੁੰਦੇ, ਕੋਈ 1-2 ਗੁਰੂ ਘਰ ਨੂੰ ਬਦਨਾਮ ਕਰਨ ਵਾਲੇ। ਇੱਥੇ ਤਾਂ ਅੰਮ੍ਰਿਤ ਵੇਲੇ ਜਾ ਕੇ ਵੇਖੋ ਸਤਨਾਮ ਵੀ ਜਪਦੇ। ਕਾਰ ਸੇਵਾ ਦੇ ਵਿੱਚ ਬੰਦਾ ਮਰ ਨਾ ਗਿਆ ਹੋਵੇ, ਮੁਰਦਾ ਨਾ ਹੋਵੇ, ਕੋਈ ਜਿੰਦੇ ਸਰੀਰ ਦਾ ਬਹਾਨਾ ਨਹੀਂ ਸੁਣਿਆ ਜਾਂਦਾ। ਬਸ ਜਿੰਦਾ ਹੋਵੇ, ਸਾਹ ਚੱਲਦੇ ਹੋ, ਬਿਮਾਰ ਜਿੰਨਾ ਮਰਜੀ ਹੋਵੇ, ਉਹਨੂੰ ਨਾਮ ਦੇ ਵਿੱਚ ਲੈ ਕੇ ਜਾਂਦੇ, ਉਹਨੂੰ ਸੇਵਾ ਦੇ ਵਿੱਚ ਲੈ ਕੇ ਜਾਂਦੇ ਹਨ, ਸਿੱਧਾ ਕਰ ਦਿੰਦੇ ਨੇ ਇਹਨੂੰ। ਤੋ ਜੇ ਇੱਕ ਵੀ ਕਮਾਈ ਕਰ ਲੈਂਦਾ ਤੇ ਸਾਰੀਆਂ ਕੁੱਲਾਂ ਤਰ ਜਾਂਦੀਆਂ ਨੇ। ਐਸੇ ਗੁਰੂ ਕੇ ਰਿਵਾਜ ਨੇ, ਇਹਨਾਂ ਨੂੰ ਸਮਝੀਏ, ਇਹਨਾਂ ਨੂੰ ਅਪਣਾਈਏ। ਸਮਾਂ ਪੂਰਾ ਹੋਇਆ, ਸੋ ਗਰੀਬ ਨਵਾਜ ਮਹਾਰਾਜ ਦੇ ਬਚਨ ਹੋਰ ਵੀ ਬੜੇ ਸਾਂਝੇ ਕਰਨੇ ਸੀ। ਸੋ ਆਉਣ ਵਾਲੇ ਦੀਵਾਨਾਂ ਵਿੱਚ ਗੁਰੂ ਕੀ, ਗੁਰੂ ਨਾਲ ਜੁੜੇ ਹੋਏ ਗੁਰੂ ਦੇ ਪਿਆਰਿਆਂ ਦੀ ਵਡਿਆਈ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ, ਸਰੀਰ ਨੂੰ ਸਫਲ ਬਣਾਉਣ ਦਾ ਅਸੀਂ ਸਫਲ ਯਤਨ ਕਰਾਂਗੇ। ਮੇਰੀਆਂ ਭੁੱਲਾਂ ਗੁਰ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਰ ਦਾ ਕੂਕਰ ਕੁੱਤਾ ਜਾਣ ਕੇ ਮਾਫ ਕਰਨੀਆਂ। ਬਚਨ ਗੁਰੂ ਕਾ ਬਚਨ ਜਾਣ ਕਰ ਹਿਰਦੇ ਮੁ ਵਸਾਏ ਲੈਣਾ, ਜਿਸ ਕਰਕੇ ਮੇਰਾ ਤੇ ਤੁਹਾਡਾ ਇਹ ਸਮਾਂ ਸਫਲ ਹੋਵੇ। ਅਖੀਰੀ ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।